ਸਾਹਿਬ ਜੀ। ਵਾਹਿਗੁਰੂ। ਠੀਕਰ ਫੋਰ ਦਲੀਸ ਸਿਰ ਪ੍ਰਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ ਵਾਹਿਗੁਰੂ ਵਾਹਿਗੁਰੂ ਨ ਕਿਨਹੂ ਆਨ। ਵਾਹਿਗੁਰੂ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ ਸੋ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ। ਦਿੱਲੀ ਮਹਿ ਪ੍ਰਵਿਸ਼ੇ ਗੁਰੂ ਗਏ ਹਵੇਲੀ ਮਾਹੇ। ਉਤਰੇ ਭਇਓ ਬਿਰਤੰਤ ਜਿਮ ਕਹੋ ਕਥਾ ਪੁਨ ਤਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪ ਸੰਗਤ ਨੇ ਗੁਰੂ ਦਰਬਾਰ ਦੇ ਅੰਦਰ ਸੁਸ਼ੋਭਿਤ ਹੁੰਦਿਆਂ ਹੋਇਆ ਸਤਿਗੁਰਾਂ ਦੀ ਇਲਾਹੀ ਗੁਰਬਾਣੀ ਦੇ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤੇ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਜੀਵਨ ਦੀ ਆਪਾਂ ਕਥਾ ਸਰਵਣ ਕਰ ਰਹੇ ਹਾਂ। ਆਗਰੇ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਨਜ਼ਰਬੰਦ ਕੀਤਾ ਹੋਇਆ। ਔਰੰਗਜ਼ੇਬ ਨੇ 12,000 ਸਿਪਾਹੀ ਤੇ ਆਪਣੇ ਵਜ਼ੀਰ ਭੇਜ ਕੇ ਸਤਿਗੁਰਾਂ ਨੂੰ ਆਗਰੇ ਤੋਂ ਦਿੱਲੀ ਲੈ ਆਂਦਾ। ਦਿੱਲੀ ਦੇ ਵਿੱਚ ਜਦੋਂ ਮਹਾਰਾਜ ਪਹੁੰਚੇ ਤੇ ਉਸ ਵੇਲੇ ਵਜ਼ੀਰਾਂ ਨੇ ਪੁੱਛਿਆ ਔਰੰਗਜ਼ੇਬ ਨੂੰ ਕਿ ਰਾਤ ਨੂੰ ਮਹਾਰਾਜ ਨੂੰ ਕਿੱਥੇ ਟਿਕਾਉਣਾ ਹੈ, ਰਾਤ ਨੂੰ ਕਿੱਥੇ ਪੜਾਅ ਕਰਨਾ। ਔਰੰਗਜ਼ੇਬ ਨੇ ਆਪਣੀ ਕਚਹਿਰੀ ਵਿੱਚ ਬੈਠੇ ਹੋਏ ਜਿਹੜੇ ਮੁਲਾਣੇ ਸਨ, ਕਾਜੀ ਸਨ, ਉਹਨਾਂ ਤੋਂ ਪੁੱਛਿਆ ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਗੁਰੂ ਦੀ ਕਰਾਮਾਤ ਪਰਖੀ ਜਾਵੇ। ਇੱਕ ਕਾਜੀ ਕਹਿਣ ਲੱਗਾ, ਕਹਿੰਦਾ ਦਿੱਲੀ ਦੇ ਵਿੱਚ ਇੱਕ ਹਵੇਲੀ ਹੈ ਜਿਸ ਨੂੰ ਭੂਤ ਹਵੇਲੀ ਕਿਹਾ ਜਾਂਦਾ। ਉੱਥੇ ਇੱਕ ਦਾਨਵ ਰਹਿੰਦਾ, ਦੈਂਤ ਰਹਿੰਦਾ ਹੈ। ਉਜੜੀ ਹੋਈ ਹਵੇਲੀ ਹੈ। ਉੱਥੇ ਤੇ ਦਿਨੇ ਨਹੀਂ ਕੋਈ ਉੱਥੋਂ ਦੀ ਲੰਘਣਾ ਪਸੰਦ ਕਰਦਾ, ਰਾਤ ਰਹਿਣਾ ਤੇ ਬੜੀ ਦੂਰ ਦੀ ਗੱਲ ਹੈ। ਆਪਾਂ ਗੁਰੂ ਪਾਤਸ਼ਾਹ ਨੂੰ ਉਸ ਹਵੇਲੀ ਵਿੱਚ ਰਾਤ ਨੂੰ ਰੱਖੀਏ। ਜਦੋਂ ਦੈਂਤ ਨੇ ਆ ਕੇ ਡਰਾਇਆ ਫਿਰ ਮੁਸਲਮਾਨ ਬਣਨ ਵਾਸਤੇ ਤਿਆਰ ਹੋ ਜਾਣਗੇ। ਔਰੰਗਜ਼ੇਬ ਨੂੰ ਇਹ ਗੱਲ ਬੜੀ ਚੰਗੀ ਲੱਗੀ ਹੈ। ਆਪਣੇ ਵਜ਼ੀਰਾਂ ਨੂੰ ਕਹਿਣ ਲੱਗਾ ਮਹਾਰਾਜ ਦੇ ਨਾਲ ਜਿਹੜੇ 5 ਸਿੱਖ ਨੇ ਉਹਨਾਂ ਨੂੰ ਹੋਰ ਕਿਤੇ ਟਿਕਾਉਣਾ ਹੈ। ਇਕੱਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਉਸ ਹਵੇਲੀ ਵਿੱਚ ਰਾਤ ਰੱਖੋ ਜਿਸ ਹਵੇਲੀ ਵਿੱਚ ਦਾਨਵ ਰਹਿੰਦਾ, ਪ੍ਰੇਤ ਰਹਿੰਦਾ। ਅਤੇ ਹਵੇਲੀ ਦੇ ਬਾਰ-ਬਾਰ ਨਾਕਾ ਲਾ ਕੇ ਰੱਖੋ, ਘੇਰਾ ਪਾ ਕੇ ਰੱਖੋ ਵੀ ਰਾਤ ਨੂੰ ਹਵੇਲੀ ਦੀ ਕੰਧ ਟੱਪ ਕੇ ਕਿਤੇ ਭੱਜ ਨਾ ਜਾਣ। ਇਹ ਇਤਿਹਾਸ, ਇਹ ਬਚਨ ਆਪਾਂ ਕੱਲ੍ਹ ਸਰਵਣ ਕੀਤਾ। ਇੱਥੋਂ ਮਹਾਰਾਜ ਅੱਗੇ ਕਿਰਪਾ ਕਰ ਰਹੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਦੇ ਨਾਲ ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਦਿੱਲੀ ਮੈਂ ਪ੍ਰਵਿਸ਼ੇ ਗੁਰੂ ਗਏ ਹਵੇਲੀ ਮਾਹੇ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਿੱਲੀ ਸ਼ਹਿਰ ਦੇ ਵਿੱਚ ਆ ਗਏ। ਵਜ਼ੀਰਾਂ ਨੇ ਬਾਦਸ਼ਾਹ ਔਰੰਗਜ਼ੇਬ ਦੇ ਕਹਿਣ ਕਰਕੇ ਸੋ ਸਤਿਗੁਰਾਂ ਨੂੰ ਹਵੇਲੀ ਵਿੱਚ ਟਿਕਾਇਆ। ਉਸ ਹਵੇਲੀ ਵਿੱਚ ਜਿਸ ਨੂੰ ਪ੍ਰੇਤ ਦੀ ਹਵੇਲੀ ਆਖਿਆ ਜਾਂਦਾ, ਉਸ ਹਵੇਲੀ ਵਿੱਚ ਟਿਕਾਇਆ ਹੈ। ਉਤਰੇ ਭਇਓ ਬਿਰਤੰਤ ਜਿਮ ਕਹੋ ਕਥਾ ਪੁਨ ਤਾਹੇ। ਸਤਿਗੁਰਾਂ ਨੇ ਆਖਿਆ ਕੋਈ ਗੱਲ ਨਹੀਂ, ਸਾਨੂੰ ਲੈ ਚੱਲੋ ਜਿਹੜੀ ਹਵੇਲੀ ਵਿੱਚ ਕਹਿੰਦੇ ਹੋ, ਅਸੀਂ ਰਾਤ ਉੱਥੇ ਰਵਾਂਗੇ। ਇੱਧਰੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਿਪਾਹੀਆਂ ਦੇ ਨਾਲ ਉਸ ਹਵੇਲੀ ਵਿੱਚ ਚਲੇ ਗਏ ਰਾਤ ਰਹਿਣ ਵਾਸਤੇ। ਜਿਹੜੀ ਹਵੇਲੀ ਵਿੱਚ ਪ੍ਰੇਤ ਰਹਿੰਦਾ, ਕੋਈ ਦਾਨਵ ਰਹਿੰਦਾ। ਪਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਥਾ ਤੁਹਾਨੂੰ ਇੱਥੋਂ ਤੱਕ ਸੁਣਾਵਾਂਗੇ, ਇੱਥੋਂ ਅੱਗੇ ਹਵੇਲੀ ਵਿੱਚ ਕੀ ਹੋਇਆ, ਉਹ ਪ੍ਰੇਤ ਕਿਵੇਂ ਆਇਆ,
ਉਹਨੇ ਮਹਾਰਾਜ ਨੂੰ ਕਿਵੇਂ ਡਰਾਇਆ। ਇਹ ਜਿਹੜੀ ਕਥਾ ਹੈ ਇਹਨੂੰ ਇੱਥੇ ਅਸੀਂ ਰੋਕਣ ਲੱਗੇ ਹਾਂ, ਇੱਥੇ ਰੋਕ ਦੇਵਾਂਗੇ, ਇਹਨੂੰ ਅੱਗੇ ਨਹੀਂ ਸੁਣਾਵਾਂਗੇ। ਇਹਦੇ ਤੋਂ ਅੱਗੇ ਹੋਰ ਕਥਾ ਹੈ, ਪਹਿਲਾਂ ਉਹ ਸੁਣੋ, ਇਹਦੇ ਤੇ ਦੁਬਾਰਾ ਫਿਰ ਮੁੜ ਕੇ ਆਵਾਂਗੇ। ਦੁਬਾਰਾ ਇਸ ਕਹਾਣੀ ਨੂੰ, ਇਸ ਪ੍ਰਸੰਗ ਨੂੰ ਫਿਰ ਪੂਰਿਆ ਕਰਾਂਗੇ। ਇਹ ਸਾਖੀ ਨੂੰ ਵੀ ਉਹ ਕੀ ਬਣਿਆ ਪ੍ਰੇਤ ਦਾ, ਕੀ ਬਣਿਆ ਹਵੇਲੀ ਦਾ, ਇਹ ਕਥਾ ਮੈਂ ਫਿਰ ਸੁਣਾਵਾਂਗਾ। ਪਹਿਲਾਂ ਉਹ ਕਥਾ ਸੁਣੋ ਜਿਹੜੀ ਹੁਣ ਸੁਣਾਉਣ ਲੱਗੇ ਹਾਂ। ਚੌਪਈ ਸਰਬ ਪ੍ਰਸੰਗ ਸੁਣਾਵੋ ਫੇਰ। ਇਹ ਸਾਰਾ ਪ੍ਰਸੰਗ, ਇਹ ਸਾਰੀ ਕਥਾ ਵਾਰਤਾ, ਹਵੇਲੀ ਵਿੱਚ ਪ੍ਰੇਤ ਨਾਲ ਕੀ ਹੋਇਆ, ਗੁਰੂ ਨੇ ਕੀ ਕਿਰਪਾ ਕੀਤੀ, ਇਹ ਅਸੀਂ ਬਾਅਦ ਵਿੱਚ ਤੁਹਾਨੂੰ ਸੁਣਾਵਾਂਗੇ। ਜਮ ਤੁਰਕੇਸ਼ਰ ਅਰ ਗੁਰਕੇਰ। ਔਰੰਗਜ਼ੇਬ ਨੇ ਕਿਵੇਂ ਵੈਰ ਕੀਤਾ, ਮਹਾਰਾਜ ਨੂੰ ਕਿਵੇਂ ਲੋਹੇ ਦੇ ਪਿੰਜਰੇ ਵਿੱਚ ਕੈਦ ਕੀਤਾ, ਕਿਵੇਂ ਉਹਨਾਂ ਸਿੰਘਾਂ ਦੀ ਸ਼ਹੀਦੀ ਹੋਈ, ਸਿੱਖਾਂ ਦੀ ਜਿਹੜੇ ਨਾਲ ਸਨ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਕਿਵੇਂ ਹੋਈ, ਇਹ ਸਾਰੇ ਪ੍ਰਸੰਗ ਤੁਹਾਨੂੰ ਬਾਅਦ ਵਿੱਚ ਸੁਣਾਵਾਂਗੇ। ਆਪ ਪਟਨੇ ਕੀ ਕਥਾ ਬਖਾਨੋ। ਆਓ ਗੁਰੂ ਕੀ ਸੰਗਤ, ਹੁਣ ਆਪਾਂ ਪਟਨਾ ਸਾਹਿਬ ਚੱਲੀਏ, ਜਿੱਥੇ 10ਵੇਂ ਪਾਤਸ਼ਾਹ ਮਹਾਰਾਜ ਬਾਲਕ ਰੂਪ ਦੇ ਵਿੱਚ ਬਿਰਾਜਮਾਨ ਨੇ। ਆਓ ਤੁਹਾਨੂੰ ਪਟਨੇ ਦੀ ਕਥਾ ਸੁਣਾਈਏ। ਗੁਰੂ ਤੇਗ ਬਹਾਦਰ ਦੀ ਕਥਾ ਇੱਥੇ ਆਪਾਂ ਛੱਡਣ ਲੱਗੇ ਹਾਂ ਕਿ ਮਹਾਰਾਜ ਨੂੰ ਹਵੇਲੀ ਵਿੱਚ ਰਾਤ ਨੂੰ ਰਹਿਣ ਵਾਸਤੇ ਰੋਕਿਆ ਗਿਆ। ਕੀ ਕਰਨਗੇ ਉਹ ਆਪਾਂ ਸੁਣਾਂਗੇ ਜ਼ਰੂਰ, ਪਰ ਇੱਥੋਂ ਹੁਣ ਪਹਿਲਾਂ ਕੁਝ ਪ੍ਰਸੰਗ ਪਟਨੇ ਸਾਹਿਬ ਦੇ, ਮਹਾਰਾਜ 10ਵੇਂ ਪਾਤਸ਼ਾਹ ਨੇ ਉੱਥੇ ਕੀ ਕੌਤਕ ਕੀਤੇ, ਉਹ ਆਪਾਂ ਸਰਵਨ ਕਰ ਲਈਏ। ਅਫਸਰ ਇਹ ਕਹਿਣ ਕੋ ਜਾਨੋ। ਕਿਉਂਕਿ ਹੁਣ ਇੱਥੇ ਮੌਕਾ ਹੈ, ਹੁਣ ਉਹ ਕਥਾ ਇੱਥੇ ਢੁਕਦੀ ਹੈ ਜਿਹੜੀ 10ਵੇਂ ਪਾਤਸ਼ਾਹ ਦੀ ਆਪਾਂ ਸੁਣਨੀ ਹੈ। ਜਬ ਤੇ ਸਤਿਗੁਰ ਸੁਤ ਤਜ ਆਏ। ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਤੋਂ ਆਪਣੇ ਪੁੱਤਰ ਨੂੰ ਪਟਨਾ ਸਾਹਿਬ ਵਿਖੇ ਛੱਡ ਕੇ ਆਏ ਹਨ, ਤੈਨ ਪਿੱਛੇ ਜਿਮ ਖੇਲ ਮਚਾਏ। ਉਹਨਾਂ ਨੇ ਪਿੱਛੇ ਫਿਰ ਖੇਡਣਾ, ਕਿਉਂਕਿ ਬੱਚਿਆਂ ਵਾਲੀ ਉਮਰ ਹੈ, ਖੇਡਦੇ ਸਨ, ਕਈ ਤਰ੍ਹਾਂ ਦੇ ਉਹਨਾਂ ਨੇ ਖੇਡਾਂ ਦੇ ਕੌਤਕ ਕੀਤੇ ਹਨ। ਨਿਤ ਸ਼ਾਸਤਰਨ ਸੋ ਪ੍ਰੇਮ। ਸਤਿਗੁਰੂ 10ਵੇਂ ਪਾਤਸ਼ਾਹ ਗੋਬਿੰਦ ਰਾਏ ਜੀ ਸ਼ਸਤਰਾਂ ਦੇ ਨਾਲ ਬਚਪਨ ਤੋਂ ਹੀ ਡਾਢਾ ਪਿਆਰ ਕਰਦੇ ਹਨ। ਜਿਸ ਕਿਸ ਤੇ ਮਗਵਾਏ ਰਖਨ ਤੇ। ਜਿਹਦੇ ਕਿਹਦੇ ਤੋਂ, ਜੇ ਕੋਈ ਸਿੱਖ ਆਉਂਦਾ ਨਾ ਮਹਾਰਾਜ ਦੇ ਕੋਲ, ਸਤਿਗੁਰੂ ਕਹਿੰਦੇ ਸਾਡੇ ਵਾਸਤੇ ਸੋਹਣੇ ਸੋਹਣੇ ਸ਼ਸਤਰ ਲੈ ਕੇ ਆਓ। ਕਿਸੇ ਕੋਲੋਂ ਤਲਵਾਰ, ਕਿਸੇ ਕੋਲੋਂ ਤੀਰ, ਕਿਸੇ ਕੋਲੋਂ ਕਮਾਨ, ਕਿਸੇ ਕੋਲੋਂ ਗੁਲੇਲ, ਕੋਈ ਨਾ ਕੋਈ ਸ਼ਸਤਰ ਸੰਗਤਾਂ ਸਿੱਖਾਂ ਕੋਲੋਂ ਮੰਗਾ ਕੇ ਖੁਸ਼ੀ ਕਰਦੇ ਹਨ। ਏਕ ਮੰਚ ਪਰ ਰਾਖ ਟਿਕਾਏ। ਸਤਿਗੁਰਾਂ ਨੇ ਇੱਕ ਬੜਾ ਸੋਹਣਾ ਘਰ ਵਿੱਚ ਪਲੰਘਾ ਬਣਾਇਆ, ਪਲੰਘੇ ਦੇ ਉੱਪਰ ਮਹਾਰਾਜ ਜੀ ਉਹਨਾਂ ਸ਼ਸਤਰਾਂ ਨੂੰ ਟਿਕਾਉਂਦੇ ਨੇ। ਸੈਫ ਸਰੋਹੀ ਸਹਿਹਥੀ ਯਹ ਹਮਾਰੇ ਪੀਰ। ਇਹ ਬਚਨ ਵੀ ਨੇ 10ਵੇਂ ਪਾਤਸ਼ਾਹ ਦੇ। ਇਹ ਸ਼ਸਤਰ ਸਾਡੇ ਪੀਰ ਨੇ, ਸਤਿਕਾਰਯੋਗ ਨੇ, ਇੰਨਾ ਸਤਿਕਾਰ ਰੱਖਿਆ। ਭਾਵੇਂ ਬਚਪਨ ਦੇ ਵਿੱਚ ਨੇ, ਬਾਲਕ ਨੇ, ਪਰ ਬੜੇ ਸੋਹਣੇ ਪਲੰਘੇ ਦੇ ਉੱਪਰ ਉਹਨਾਂ ਨੇ ਸ਼ਸਤਰ ਟਿਕਾਏ ਹੋਏ ਹਨ। ਤਿੰਨ ਢਿਗ ਨਿਤ ਪ੍ਰਤ ਧੂਪ ਤੁਖਾਏ। ਸਤਿਗੁਰਾਂ ਦੇ ਹੁਕਮ ਮੁਤਾਬਕ ਗੁਰੂ ਕੇ ਸਿੱਖ ਧੂਪ ਤੁਖਾ ਕੇ ਫੁੱਲਾਂ ਦੀ ਵਰਖਾ ਉਹਨਾਂ ਸ਼ਸਤਰਾਂ ਤੇ ਕੀਤੀ ਜਾਂਦੀ ਹੈ। ਧੂਪ ਜਿਹੜੀ ਹੈ ਉੱਥੇ ਤੁਖਾਈ ਜਾਂਦੀ ਹੈ। ਪੁਸ਼ਪ ਅਨੇਕ ਵਰਨ ਅਨਵਾਵੇ। ਅਨੇਕ ਤਰ੍ਹਾਂ ਦੇ ਫੁੱਲ ਸਤਿਗੁਰੂ ਮਗਾਉਂਦੇ ਤੇ ਉਹ ਫੁੱਲ ਜਿਹੜੇ ਨੇ ਸ਼ਸਤਰਾਂ ਦੇ ਉੱਪਰ ਭੇਟ ਕੀਤੇ ਜਾਂਦੇ ਹਨ। ਕਬਹੂ ਗੂੰਦ ਮਾਲ ਅਰਪਾਵੇ। ਤੇ ਕਦੇ ਕਦੇ ਮਾਲਾ ਪਰੋ ਕੇ ਮਹਾਰਾਜ ਜੀ ਸਿੱਖਾਂ ਦੇ ਕੋਲੋਂ ਮਾਲਾ ਨੂੰ ਪਰੋ ਕੇ ਬੜੀਆਂ ਸੋਹਣੀਆਂ ਮਾਲਾ ਦੇ ਹਾਰ ਬਣਾ ਕੇ ਉਹਨਾਂ ਸ਼ਸਤਰਾਂ ਦੇ ਉੱਪਰ ਪਾਏ ਜਾਂਦੇ ਹਨ। ਕਬਹੂ ਅੰਜੁਲ ਭਰੈ ਚੜਾਵੇ। ਤੇ ਕਦੇ ਮਹਾਰਾਜ 10ਵੇਂ ਪਾਤਸ਼ਾਹ ਆਪ ਬੁੱਕ ਭਰ ਭਰ ਕੇ ਫੁੱਲਾਂ ਦੇ ਉਹਨਾਂ ਸ਼ਸਤਰਾਂ ਦੇ ਉੱਪਰ ਮਹਾਰਾਜ ਜੀ ਅਰਪਣ ਕਰਦੇ ਹਨ। ਬੰਧਨ ਠਾਨੈ ਸੀਸ ਨਿਵਾਵੇ। 10ਵੇਂ ਪਾਤਸ਼ਾਹ ਮਹਾਰਾਜ ਜੀ ਉਹਨਾਂ ਸ਼ਸਤਰਾਂ ਨੂੰ ਬੰਦਨਾ ਕਰਦੇ, ਨਮਸਕਾਰ ਕਰਦੇ, ਸੀਸ ਝੁਕਾਉਂਦੇ ਹਨ। ਫਿਰੈ ਪ੍ਰਦਰਸ਼ਨ 14 3। ਤੇ ਸਤਿਗੁਰੂ ਫਿਰ ਪਰਿਕਰਮਾ ਕਰਦੇ, ਸ਼ਸਤਰਾਂ ਦੀਆਂ ਪਰਿਕਰਮਾ 10ਵੇਂ ਪਾਤਸ਼ਾਹ ਕਰਦੇ। ਕਈ ਵਾਰ ਸਾਡੇ ਮਨ ਵਿੱਚ ਇਹ ਸਵਾਲ ਬਣ ਜਾਂਦਾ ਵੀ ਅਸੀਂ ਪਰਿਕਰਮਾ ਕਿਉਂ ਕਰਦੇ ਹਾਂ, ਕਾਹਦੇ ਵਾਸਤੇ ਕਰਦੇ ਹਾਂ, ਕਿਉਂ ਕੀਤੀਆਂ ਜਾਂਦੀਆਂ। ਪਰਿਕਰਮਾ ਕਰਨ ਦੀ ਜਿਹੜੀ ਮਰਿਆਦਾ ਹੈ ਹਰੇਕ ਧਰਮ ਦੇ ਵਿੱਚ ਹੈ। ਜੇ ਆਪਾਂ ਇਸਲਾਮ ਦੀ ਗੱਲ ਕਰੀਏ, ਮੁਸਲਮਾਨ ਧਰਮ ਦੀ ਗੱਲ ਕਰੀਏ, ਤੇ ਮੁਸਲਮਾਨ ਜਿਹੜੇ ਹਾਜੀ ਜਾਂਦੇ ਨਾ ਮੱਕਾ ਸ਼ਰੀਫ ਦੀ ਯਾਤਰਾ ਵਾਸਤੇ, ਤੇ ਉਹ ਵੀ ਜਾ ਕੇ ਉਸ ਜਿਹੜਾ ਪਵਿੱਤਰ ਸਥਾਨ ਹੈ ਉਹਦੀ ਪਰਿਕਰਮਾ ਕਰਦੇ ਨੇ। ਕਾਬੇ ਮੱਕੇ ਜਾ ਕੇ ਉਹ ਪਰਿਕਰਮਾ ਕਰਦੇ ਨੇ। ਫਰਕ ਸਿਰਫ ਇੰਨਾ ਹੈ, ਅਸੀਂ ਸੱਜਿਓਂ ਪਾਸੇ ਖੱਬੇ ਪਾਸੇ ਨੂੰ ਚੱਲਦੇ ਹਾਂ, ਉਹ ਖੱਬਿਓਂ ਪਾਸੇ ਸੱਜੇ ਪਾਸੇ ਨੂੰ, ਜਿਵੇਂ ਨਿਹੰਗ ਸਿੰਘ ਪਰਿਕਰਮਾ ਕਰਦੇ ਨੇ। ਇਸੇ ਤਰ੍ਹਾਂ ਇਸਲਾਮੀ ਲੋਕ ਜਿਹੜੇ ਨੇ ਮੱਕੇ ਕਾਬੇ ਦੀਆਂ ਇਸੇ ਤਰ੍ਹਾਂ ਹੂ ਬਹੂ ਬਿਲਕੁਲ ਪਰਿਕਰਮਾ ਕਰਦੇ। ਤੇ ਜੇ ਆਪਾਂ ਹਿੰਦੂ ਮਤ ਦੀ ਗੱਲ ਕਰੀਏ ਤੇ ਸਾਰਿਆਂ ਤੋਂ ਪਹਿਲਾਂ ਹਿੰਦੂ ਮਤ ਵਿੱਚ ਪਰਿਕਰਮਾ ਜਿਹੜੀ ਹੈ ਗਣੇਸ਼ ਨੇ ਕੀਤੀ ਹੈ, ਪਾਰਵਤੀ ਔਰ ਸ਼ਿਵ ਜੀ ਦੀ। ਜਦੋਂ ਆਖਿਆ ਸੀ ਵੱਡਾ ਦੇਵਤਾ ਕੌਣ ਹੈ, ਦੇਵਤੇ ਇਕੱਠੇ ਹੋ ਗਏ, ਸਵਾਲ ਬਣ ਗਿਆ ਵੱਡਾ ਦੇਵਤਾ ਕੌਣ ਹੈ। ਉਸ ਵੇਲੇ ਇਹ ਜਵਾਬ ਮਿਲਿਆ ਵੀ ਵੱਡਾ ਦੇਵਤਾ ਉਹਨੂੰ ਮੰਨਾਂਗੇ ਜਿਹੜਾ ਧਰਤੀ ਦੀ ਪਹਿਲਾਂ ਪਰਿਕਰਮਾ ਕਰਕੇ ਆਵੇ।
ਹੁਣ ਸਾਰੇ ਵੱਡੇ ਸਨ, ਭੱਜ ਪਏ ਉਸੇ ਵੇਲੇ ਵੀ ਮੈਂ ਪਹਿਲਾਂ ਆਵਾਂ, ਮੈਂ ਪਹਿਲਾਂ ਆਵਾਂ। ਹੁਣ ਗਣੇਸ਼ ਦੀ ਉਮਰ ਵੀ ਛੋਟੀ ਹੈ। ਸ਼ਾਸਤਰਾਂ ਵਿੱਚ ਲਿਖਿਆ ਵੀ ਚੂਹੇ ਦੀ ਸਵਾਰੀ ਕਰਦਾ। ਮਨ ਵਿੱਚ ਸੋਚਿਆ ਮੈਂ ਤੇ ਪਿੱਛੇ ਰਹਿ ਗਿਆ, ਮੈਂ ਕਦੋਂ ਤੁਰਾਂਗਾ ਤੇ ਕਦੋਂ ਮੁੜਾਂਗਾ। ਉਸ ਵੇਲੇ ਆਪਣੀ ਮਾਤਾ ਨੂੰ ਪੁੱਛਿਆ ਮੈਂ ਕੀ ਕਰਾਂ। ਉਹ ਕਹਿਣ ਲੱਗੀ ਆਪਣੇ ਮਾਤਾ ਪਿਤਾ ਦੋਨਾਂ ਦੀ ਪਰਿਕਰਮਾ ਕਰ ਲਾ, ਇੱਥੇ ਬੈਠਿਆਂ ਤੇ ਰਾਮ ਰਾਮ ਕਹਿ, ਮੂੰਹ ਤੋਂ ਰਾਮ ਰਾਮ ਕਹਿ ਕੇ ਨਾ ਰੱਬ ਦਾ ਨਾਮ ਲੈ ਕੇ ਮਾਂ ਬਾਪ ਦੀ ਪਰਿਕਰਮਾ ਕਰ, ਧਰਤੀ ਦੀ ਆਪਣੇ ਆਪ ਹੀ ਹੋ ਜਾਣੀ ਹੈ। ਇਸੇ ਤਰ੍ਹਾਂ ਹੀ ਕੀਤਾ। ਉਹਨਾਂ ਨੇ ਰਾਮ ਰਾਮ ਕਹਿ ਕੇ ਸ਼ਿਵ ਅਤੇ ਪਾਰਬਤੀ ਦੀ ਪਰਿਕਰਮਾ ਕਰ ਲਈ। ਕਿਸੇ ਦੇ ਧਰਮ ਨੂੰ, ਕਿਸੇ ਦੇ ਧਾਰਮਿਕ ਗ੍ਰੰਥ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਜਦੋਂ ਪਰਿਕਰਮਾ ਕੀਤੀ ਤੇ ਸਾਹਮਣੇ ਬੈਠ ਗਏ ਆ ਕੇ ਪਰਿਕਰਮਾ ਕਰਕੇ। ਉਹ ਦੂਜੇ ਦੇਵਤੇ ਬਾਅਦ ਵਿੱਚ ਆਏ ਤੇ ਸਾਰਿਆਂ ਨੇ ਉਹ ਜਾਣਿਆ ਵੀ ਇਹ ਪਹਿਲਾਂ ਕਰਕੇ ਆ ਗਿਆ, ਤਾਂ ਸਭ ਤੋਂ ਅੱਗੇ ਮੋਹਰੀ ਹੋ ਕੇ ਬੈਠਾ। ਫਿਰ ਵਰ ਮਿਲਿਆ ਗਣੇਸ਼ ਨੂੰ, ਕਹਿਣ ਲੱਗੇ ਜਦੋਂ ਵੀ ਕਿਸੇ ਵੀ ਘਰ ਦੇ ਵਿੱਚ ਕਿਸੇ ਵੀ ਦੇਵਤੇ ਦੀ ਪੂਜਾ ਹੋਵੇਗੀ ਨਾ, ਸਭ ਤੋਂ ਪਹਿਲਾਂ ਤੇਰੀ ਹੋਵੇਗੀ, ਪਹਿਲਾਂ ਗਣੇਸ਼ ਪੂਜਿਆ ਜਾਵੇਗਾ। ਗਣੇਸ਼ ਪੂਜਨ ਹੋਵੇਗਾ, ਫਿਰ ਕੋਈ ਦੂਜਾ ਦੇਵਤਾ ਪੂਜਾਂਗੇ। ਹਿੰਦੂ ਮਤ ਦੇ ਵਿੱਚ ਸਭ ਤੋਂ ਵੱਡਾ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਇਤਿਹਾਸ ਹੈ ਵੀ ਇਸ ਤਰ੍ਹਾਂ ਪਰਿਕਰਮਾ ਉਹਨਾਂ ਨੇ ਕਰਕੇ ਦੱਸਿਆ। ਤੇ ਜੇ ਆਪਾਂ ਸਿੱਖ ਮਤ ਦੀ ਗੱਲ ਕਰੀਏ ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਭਾਈ ਸਾਹਿਬ ਭਾਈ ਲਹਿਣਾ ਜੀਆਂ ਨੂੰ ਜਦੋਂ ਗੁਰਤਾ ਗੱਦੀ ਬਖਸ਼ੀ ਨਾ ਕਰਤਾਰਪੁਰ ਦੀ ਧਰਤੀ ਤੇ ਉਸ ਵੇਲੇ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਫਿਰ ਗੁਰੂ ਅੰਗਦ ਸਾਹਿਬ ਦੀ ਪਰਿਕਰਮਾ ਕੀਤੀ ਗੁਰੂ ਨਾਨਕ ਸਾਹਿਬ ਨੇ ਆਪ। ਤੇ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿਣ ਲੱਗੇ ਚਰਨ ਅਮੋਲ ਪ੍ਰਦਰਸ਼ਨਾਂ ਲੈ ਕੇ, ਚਰਨ ਜਿਹੜੇ ਨੇ ਗੁਰੂ ਦੀ ਪਰਿਕਰਮਾ ਕਰੇਗਾ, ਜਿੰਨੇ ਚਰਨਾਂ ਦੇ ਕਦਮ ਚੱਲੇਗਾ ਤੇਰੇ ਕਦਮ ਤੇ ਤੇਰੇ ਚਰਨ ਦੋਨੇ ਹੀ ਸਫਲੇ ਹੋ ਜਾਣਗੇ। ਤੇਰਾ ਤਨ ਸਫਲਾ ਹੋ ਜਾਵੇਗਾ ਕਿਉਂਕਿ ਤੇਰੇ ਗੁਰੂ ਨੇ ਆਪ ਪਰਿਕਰਮਾ ਕੀਤੀ ਹੈ। ਇਸੇ ਤਰ੍ਹਾਂ ਜਿਵੇਂ ਜਿਵੇਂ ਗੁਰੂ ਸਾਹਿਬਾਨ ਗੁਰਤਾ ਗੱਦੀ ਤੇ ਬੈਠਦੇ ਰਹੇ, ਨਮਸਕਾਰ ਕਰਕੇ ਪਰਿਕਰਮਾ ਕਰਦੇ। ਅੱਜ ਆਪਾਂ 10ਵੇਂ ਪਾਤਸ਼ਾਹ ਦਾ ਇਤਿਹਾਸ ਸੁਣਦੇ ਪਏ ਹਾਂ। ਮਹਾਰਾਜ ਸਾਹਿਬ ਜੀ ਆਪ ਸ਼ਸਤਰਾਂ ਦੀ ਪੂਜਾ ਕਰਦੇ, ਸ਼ਸਤਰਾਂ ਨੂੰ ਮੱਥਾ ਟੇਕਦੇ ਔਰ ਫਿਰ ਸ਼ਸਤਰਾਂ ਦੀ ਪਰਿਕਰਮਾ ਕਰਦੇ। ਸਾਡੇ ਗੁਰੂ ਸਾਹਿਬਾਨ ਨੇ ਆਪ ਕੀਤੀਆਂ ਪਰਿਕਰਮਾ, ਸਾਨੂੰ ਪੂਰਨਾ ਪਾਇਆ। ਕਦੇ ਸ਼ੰਕਾ ਕਦੇ ਭਰਮ ਨਹੀਂ ਕਰਨਾ ਚਾਹੀਦਾ, ਕਿਉਂਕਿ ਸ਼ੰਕਾਵਾਦੀ ਹੈ ਕਲਯੁਗ ਦਾ ਇਹ ਸਮਾਂ। ਸ਼ੰਕਾ ਝੱਟ ਪੈਦਾ ਹੋ ਜਾਂਦਾ, ਤਰਕ ਝੱਟ ਪੈਦਾ ਹੋ ਜਾਂਦੀ ਹੈ, ਅਸ਼ਰਧਾ ਮਨਮੁਖਤਾਈ ਜਿਹੜੀ ਹੈ ਝੱਟ ਪੈਦਾ ਹੋ ਜਾਂਦੀ, ਪਰ ਸ਼ਰਧਾ ਪੈਦਾ ਕਰਨੀ ਔਖੀ ਹੈ। ਸੋ ਇਸ ਤਰ੍ਹਾਂ ਇਹ ਪਰਿਕਰਮਾ ਲਾਜ਼ਮੀ ਨੇ। ਇੱਥੇ ਹੀ ਬਸ ਨਹੀਂ, ਜਿਸ ਧਰਤੀ 'ਤੇ ਰਹਿੰਦੇ ਹੋ, ਜਿਸ ਬ੍ਰਹਿਮੰਡ ਦੇ ਵਿੱਚ ਰਹਿੰਦੇ ਹੋ, ਬ੍ਰਹਿਮੰਡ 'ਤੇ ਆਪ ਪਰਿਕਰਮਾ ਕਰਦਾ ਪਿਆ, ਆਪ ਚੱਲਦਾ ਪਿਆ। ਇਹ ਦਿਨ ਰਾਤ ਬਣੇ ਨੇ, ਸੂਰਜ ਚੰਦਰਮਾ ਤਾਰੇ ਚਮਕਦੇ ਨੇ। ਆਪਾਂ ਦੇਖਦੇ ਹਾਂ ਰਾਤ ਨੂੰ ਤਾਰੇ ਕਿਸ ਸਾਈਡ 'ਤੇ, ਦਿਨੇ ਕਿਸ ਸਾਈਡ 'ਤੇ ਨੇ, ਸੂਰਜ ਸਵੇਰੇ ਕਿਸ ਪਾਸੇ ਹੈ, ਸ਼ਾਮ ਨੂੰ ਕਿਸ ਪਾਸੇ ਹੈ। ਇਹ ਸਾਰਾ ਬ੍ਰਹਿਮੰਡ ਦੇ ਵਿੱਚ ਜਿੰਨੇ ਗ੍ਰਹਿ ਨੇ ਸਾਰੇ ਘੁੰਮਦੇ ਪਏ, ਸਾਰੇ ਪਰਿਕਰਮਾ ਕਰਦੇ ਪਏ। ਤੇ ਧਰਤੀ ਵੀ ਤੇ ਘੁੰਮਦੀ ਪਈ ਹੈ ਨਾ, ਜਿਹਦੇ ਉੱਪਰ ਤੂੰ ਰਹਿੰਦਾ ਆ ਕੇ। ਸੋ ਇਹ ਪਰਿਕਰਮਾ ਕਰਨੀਆਂ, ਇਹ ਧਰਮ ਵੀ ਇਸ ਨੂੰ ਆਗਿਆ ਦਿੰਦਾ ਹੈ, ਸਾਇੰਸ ਵੀ ਇਹ ਗੱਲ ਮੰਨਦੀ ਹੈ। ਬਾਕੀ ਧਰਮ ਵੀ, ਮਹਾਤਮਾ ਬੁੱਧ ਦੀ ਗੱਲ ਕਰੋ, ਉਹਦੀ ਮੂਰਤੀ ਦੇ ਦੁਆਲੇ ਦੁਆਲੇ ਅੱਜ ਵੀ ਬੁੱਧ ਹੀ ਘੁੰਮਦੇ ਤੁਹਾਨੂੰ ਦਿਖਾਈ ਦੇਣਗੇ, ਪਰਿਕਰਮਾ ਕਰਦੇ। 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸ਼ਸਤਰਾਂ ਦੀ ਪੂਜਾ ਕੀਤੀ, ਫਿਰ ਸ਼ਸਤਰਾਂ ਦੀ ਪਰਿਕਰਮਾ ਕੀਤੀ ਹੈ। ਚੰਦਨ ਚਰਚਾ ਪ੍ਰੇਮ ਸੋ ਪੀਨ। ਤੇ ਫਿਰ ਚੰਦਨ ਬੜਾ ਮਹਿੰਗੇ ਮੁੱਲ ਦਾ, ਬੜਾ ਚੰਗਾ ਇੱਕ ਰੁੱਖ ਹੈ ਚੰਦਨ ਦਾ, ਜਿਹਦੀ ਖੁਸ਼ਬੂ ਬੜੀ ਵਧੀਆ ਹੈ। ਉਸ ਚੰਦਨ ਨੂੰ ਫਿਰ ਛਿੜਕਿਆ ਜਾਂਦਾ ਹੈ। ਭਿਕਸ਼ਾ ਹੁਣ ਕੇ ਸਿਸ ਜਵਿਆ। ਤੇ ਜਦੋਂ ਸ਼ਾਹੂਕਾਰਾਂ ਦੇ ਬੱਚੇ ਨੇੜੇ ਆਉਂਦੇ ਹਨ, ਕਹਿ ਮਹਿਮਾ ਕੋ ਬਹੁਤ ਸੁਣਾਵੇ। ਤੇ ਸਤਿਗੁਰੂ ਸ਼ਸਤਰਾਂ ਦੀ ਮਹਿਮਾ ਕਹਿ ਕਹਿ ਕੇ ਉਹਨਾਂ ਬੱਚਿਆਂ ਨੂੰ ਸੁਣਾਉਂਦੇ। ਜਦੋਂ ਆਪਣੇ ਨਾਲ ਦੇ ਆ ਜਾਂਦੇ ਨਾ ਬੱਚੇ ਖੇਡਣ ਵਾਲੇ, ਉਹਨਾਂ ਨੂੰ ਫਿਰ ਸ਼ਸਤਰਾਂ ਦੀ ਮਹਿਮਾ ਦੱਸਦੇ। ਇੱਥੇ ਇੱਕ ਬਚਨ ਬੜਾ ਖਿਆਲ ਰੱਖਣ ਯੋਗ ਹੈ ਕਿ ਜਦੋਂ 9ਵੇਂ ਪਾਤਸ਼ਾਹ ਮਹਾਰਾਜ ਤੁਰੇ ਨੇ ਨਾ ਅਨੰਦਪੁਰ ਸਾਹਿਬ ਤੋਂ ਸ਼ਹੀਦੀ ਦੇਣ ਵਾਸਤੇ, ਉਦੋਂ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਆ ਚੁੱਕੇ ਸਨ। ਉਹਨਾਂ ਦੀ ਸਲਾਹ ਲੈ ਕੇ, ਪਰਿਵਾਰ ਦੀ ਸਲਾਹ ਲੈ ਕੇ ਫਿਰ 9ਵੇਂ ਪਾਤਸ਼ਾਹ ਤੁਰੇ ਨੇ। ਪਰ ਇੱਥੇ ਜਿਹੜਾ ਆਪਾਂ ਇਤਿਹਾਸ ਸਰਵਣ ਕਰਦੇ ਪਏ ਹਾਂ, ਇੱਥੇ ਇਸ ਤਰ੍ਹਾਂ ਲਿਖਿਆ ਵੀ 10ਵੇਂ ਪਾਤਸ਼ਾਹ ਹਾਲੇ ਪਟਨਾ ਸਾਹਿਬ ਹੀ ਨੇ ਤੇ 9ਵੇਂ ਪਾਤਸ਼ਾਹ ਅਨੰਦਪੁਰ ਤੋਂ ਚੱਲ ਕੇ ਦਿੱਲੀ ਨੂੰ ਪਹੁੰਚੇ। ਇਹ ਥੋੜ੍ਹੇ ਪ੍ਰਸੰਗ ਅੱਗੇ ਪਿੱਛੇ ਹੋ ਗਏ ਨੇ, ਪਰ ਅਸਲੀ ਇਤਿਹਾਸ ਇਹੋ ਹੀ ਹੈ ਵੀ 10ਵੇਂ ਪਾਤਸ਼ਾਹ ਪਟਨੇ ਸਾਹਿਬ ਤੋਂ ਆ ਗਏ ਸਨ, ਅਨੰਦਪੁਰ ਸਾਹਿਬ ਰਹਿੰਦੇ ਸਨ ਉਦੋਂ ਜਦੋਂ ਮਹਾਰਾਜ ਸ਼ਹੀਦੀ ਦੇਣ ਵਾਸਤੇ ਚੱਲੇ। ਇਸ ਕਰਕੇ ਇਹਨਾਂ ਪ੍ਰਸੰਗਾਂ ਦੇ ਵਿੱਚ, ਕਥਾ ਵਿੱਚ ਥੋੜ੍ਹਾ ਜਿਹਾ ਸਾਖੀਆਂ ਅੱਗੇ ਪਿੱਛੇ ਨੇ, ਪਰ ਇਤਿਹਾਸ ਬਿਲਕੁਲ ਉਸੇ ਤਰ੍ਹਾਂ ਹੀ ਹੈ। ਕਹਿੰਦੇ ਇਸ ਤਰ੍ਹਾਂ ਛੋਟੇ ਛੋਟੇ ਬੱਚਿਆਂ ਨੂੰ ਗੋਬਿੰਦ ਰਾਏ ਜੀ ਸ਼ਸਤਰਾਂ ਦੀ ਮਹਿਮਾ ਦੱਸਦੇ ਵੀ ਸ਼ਸਤਰ ਕੀ ਹੁੰਦਾ, ਹਥਿਆਰ ਕੀ ਹੁੰਦਾ,
ਕਿਵੇਂ ਸਹਾਇਤਾ ਕਰਦਾ, ਇਹਦੀ ਕਿਵੇਂ ਸਤਿਕਾਰ ਕਰੀਦਾ, ਇਹ ਦੱਸਦੇ ਹਨ। ਇਹ ਆਸ਼ੋ ਛੋਟੋ ਹਮਲਾਇਕ। ਕਹਿਣ ਲੱਗੇ ਵੀ ਇਹ ਸ਼ਸਤਰ ਛੋਟੇ ਨੇ, ਸਾਡੇ ਲਾਇਕ ਨੇ, ਸਾਡੇ ਯੋਗ ਨੇ। ਤੇ ਜਿਹੜੀ ਅਸੀਂ ਕਿਰਪਾਨ ਪਾਉਂਦੇ ਆ ਨਾ ਗਲ ਦੇ ਵਿੱਚ, ਇਹਦਾ ਵੀ ਸਤਿਕਾਰ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਜਦੋਂ ਕੇਸੀ ਇਸ਼ਨਾਨ ਕਰਨ ਲੱਗਦੇ ਹਾਂ ਅਸੀਂ ਉਹਨੂੰ ਤਾਂ ਲੱਕ ਦੇ ਨਾਲ ਬੰਨ੍ਹਦੇ ਹਾਂ। ਜੇ ਅਸੀਂ ਪਿੰਡੇ ਇਸ਼ਨਾਨ ਕਰਦੇ ਹਾਂ ਤਾਂ ਸਿਰ ਦੇ ਉੱਪਰ ਸਜਾਈ ਜਾਂਦੀ ਹੈ। ਇਹ ਇਸਤਰੀ ਸਾਹਿਬ ਨੂੰ ਪੈਰਾਂ ਵਾਲੇ ਪਾਸੇ ਨਹੀਂ ਰੱਖਿਆ ਜਾਂਦਾ, ਆਪਣੇ ਤੋਂ ਨੀਵੀਂ ਥਾਂ 'ਤੇ ਨਹੀਂ ਰੱਖਿਆ ਜਾਂਦਾ। ਆਪਣੇ ਕਮਰ ਕੱਸੇ ਵਿੱਚ ਤੇ ਲਾ ਸਕਦੇ ਹਾਂ, ਪਰ ਇਸ ਨੂੰ ਹੋਰ ਕਿਤੇ ਨਹੀਂ ਲਾਇਆ ਜਾ ਸਕਦਾ। ਇਹ ਸਤਿਕਾਰ ਹੈ, ਸ਼ਸਤਰ ਦਾ ਸਤਿਕਾਰ। ਮਹਾਰਾਜ ਨੇ ਆਖਿਆ ਯਹ ਹੈ ਹਮਾਰੇ ਪੀਰ, ਇਹ ਸਤਿਕਾਰਯੋਗ ਨੇ, ਵੱਧ ਤੋਂ ਵੱਧ ਸਿੱਖਾ ਇਹਦਾ ਸਤਿਕਾਰ ਕਰਿਆ ਕਰ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਥੇ, ਕਹਿੰਦੇ ਜਿਵੇਂ ਆਪਾਂ ਛੋਟੇ ਕੱਦ ਦੇ ਆ ਨਾ, ਆਪਣੇ ਕੱਦ ਛੋਟੇ ਨੇ, ਆਪਣੇ ਨਾਲ ਦੇ ਬੱਚਿਆਂ ਨੂੰ ਆਖਦੇ, ਕਹਿੰਦੇ ਜਿਵੇਂ ਆਪਾਂ ਛੋਟੇ ਆ ਉਵੇਂ ਇਹ ਸ਼ਸਤਰ ਵੀ ਛੋਟੇ ਨੇ, ਆਪਣੇ ਯੋਗ ਨੇ, ਆਪਾਂ ਇਹਨਾਂ ਨੂੰ ਚਲਾ ਸਕਦੇ ਹਾਂ। ਕਰਹਿ ਪ੍ਰਹਾਰ ਨਰਿਪ ਗਨ ਘਾਇਕ। ਇਸ ਤਰ੍ਹਾਂ ਆਪਾਂ ਚਲਾਵਾਂਗੇ ਤੇ ਦੁਸ਼ਮਣਾਂ ਨੂੰ ਮਾਰੀਦਾ ਹੈ। ਕਰਹਿ ਬਿਲੋਕਨ ਮਾਤਰੂ ਦਾਦੀ। ਸਤਿਗੁਰੂ 10ਵੇਂ ਪਾਤਸ਼ਾਹ ਦੇ ਕੌਤਕ ਮਾਤਾ ਸਾਹਿਬ ਮਾਤਾ ਗੁਜਰੀ ਜੀ ਵੀ ਦੇਖਦੇ ਵੀ ਮੇਰਾ ਪੁੱਤਰ ਕੀ ਖੇਡਾਂ ਖੇਡਦਾ। ਸਤਿਗੁਰਾਂ ਦੇ ਦਾਦੀ ਮਾਤਾ ਨਾਨਕੀ ਜੀ ਉਹ ਵੀ ਦੇਖਦੇ ਨੇ ਵੀ ਸਾਡਾ ਪੋਤਰਾ ਕੈਸੀਆਂ ਖੇਡਾਂ ਖੇਡਦਾ ਹੈ। ਕਿਆ ਲੀਲਾ ਧਾਰੈ ਅਹਲਾਦੀ। ਤੇ ਸਤਿਗੁਰੂ ਪਾਤਸ਼ਾਹ ਜੀ ਬੜੀਆਂ ਖੁਸ਼ੀਆਂ ਦੇਣ ਵਾਲੀਆਂ ਲੀਲਾ ਕੌਤਕ ਕਰਦੇ ਹਨ। ਰਚੈ ਪਿਤਾਮਾ ਸਮਕ੍ਰਿਤ। ਆਪਣੇ ਦਾਦੇ ਦੇ ਵਾਂਗ ਦੋ ਫੌਜਾਂ ਬਣਾ ਲੈਂਦੇ ਬੱਚਿਆਂ ਦੀਆਂ, ਅੱਧੇ ਬੱਚੇ ਇੱਕ ਪਾਸੇ ਅੱਧੇ ਬੱਚੇ ਇੱਕ ਪਾਸੇ। ਇਸ ਤਰ੍ਹਾਂ ਦੋ ਟੁਕੜੀਆਂ ਬਣਾ ਕੇ ਦੋ ਹਿੱਸਿਆਂ ਵਿੱਚ ਬੱਚਿਆਂ ਨੂੰ ਵੰਡ ਕੇ ਤੇ ਆਪਸ ਵਿੱਚ ਜੰਗ ਦਾ ਅਭਿਆਸ ਕਰਦੇ ਹਨ। ਵੱਡੇ ਹੋਏ ਕਰ ਠਾਨੈ ਸਹੀ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਫਿਰ ਵੱਡੇ ਹੋ ਕੇ ਆਪਣੇ ਦਾਦੇ ਦੇ ਵਾਂਗ ਹੀ ਇਹ ਕਰਨਗੇ। ਮਾਤਾ ਇਸ ਤਰ੍ਹਾਂ ਜਾਣਦੀ ਹੈ। ਘਰ ਬੁਲੇਲ ਕੋ ਧਾਰਤ ਘਨੇ। ਕਦੇ ਮਹਾਰਾਜ ਜੀ ਆਪਣੇ ਹੱਥ ਵਿੱਚ ਗੁਲੇਲ ਫੜ ਲੈਂਦੇ ਤੇ ਗੁਲੇਲ ਦੇ ਵਿੱਚ ਪਾ ਕੇ ਪੱਥਰ ਤੇ ਉਹਨਾਂ ਨੂੰ ਚਲਾਉਂਦੇ ਹਨ। ਤਾਕੈ ਦੂਰ ਨਿਸ਼ਾਨੋ ਹਨੇ। ਦੂਰ ਦੂਰ ਤੱਕ ਨਿਸ਼ਾਨਾ ਵੇਖ ਕੇ ਤੇ ਗੁਲੇਲ ਨੂੰ ਚਲਾਉਂਦੇ ਹਨ। ਗੁਰ ਘਰ ਮਹਿ ਇੱਕ ਕੂਪ ਛੁਟੇਰਾ। ਹੁਣ ਇੱਥੇ ਇੱਕ ਨਵਾਂ ਪ੍ਰਸੰਗ ਚੱਲਿਆ। ਜਿੱਥੇ ਮਹਾਰਾਜ ਰਹਿੰਦੇ ਨੇ ਨਾ, ਜਿਸ ਘਰ ਦੇ ਵਿੱਚ, ਉੱਥੇ ਇੱਕ ਖੂਹ ਹੈ ਪਾਣੀ ਪੀਣ ਵਾਲਾ, ਛੋਟਾ ਜਿਹਾ ਖੂਹ। ਅੱਜ ਵੀ ਤੁਸੀਂ ਪਟਨਾ ਸਾਹਿਬ ਜਾਂਦੇ ਹੋ ਨਾ ਦਰਸ਼ਨ ਕਰਨ ਵਾਸਤੇ, ਤੇ ਤਖਤ ਸਾਹਿਬ ਦੇ ਅੰਦਰ ਉਹ ਖੂਹ ਹੈ। ਆਪਾਂ ਅੱਜ ਵੀ ਉਹਦੇ ਦਰਸ਼ਨ ਕਰਦੇ। ਇਹ ਗੁਰੂ ਘਰ ਦੇ ਵਿੱਚ ਖੂਹ ਬਣਿਆ ਹੋਇਆ ਜਿੱਥੋਂ ਲੋਕ ਪਾਣੀ ਪੀਂਦੇ ਹਨ। ਜਿਸ ਕੋ ਬਾਰੀ ਮਧੁਰ ਬਡੇਰਾ। ਇਹਦਾ ਪਾਣੀ ਬੜਾ ਮਿੱਠਾ ਸੀ ਇਸ ਖੂਹ ਦਾ। ਇਹ ਮਿੱਠਾ ਪਾਣੀ ਹੋਣ ਕਰਕੇ ਸਾਰੇ ਲੋਕ ਪੀਂਦੇ। ਮਾਤਾ ਸਾਹਿਬ ਮਾਤਾ ਨਾਨਕੀ ਜੀਆਂ ਨੇ ਅਰਦਾਸ ਕਰਕੇ ਉਸ ਖੂਹ ਦਾ ਪਾਣੀ ਖਾਰਾ ਕਰ ਦਿੱਤਾ ਸੀ। ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰੋ, ਖੂਹ ਦਾ ਪਾਣੀ ਖਾਰਾ ਹੋ ਜਾਵੇ, ਨਾ ਕੋਈ ਪੀਣ ਆਵੇ ਤੇ ਨਾ ਕਿਸੇ ਦਾ ਲਾਮਾ ਆਵੇ। ਪਰ ਇਹ ਬਾਅਦ ਦੀ ਗੱਲ ਹੈ। ਪਹਿਲਾਂ ਉਸ ਖੂਹ ਦਾ ਪਾਣੀ ਬੜਾ ਮਿੱਠਾ ਤੇ ਲੋਕ ਪੀਣ ਵਾਸਤੇ ਆਉਂਦੇ ਹਨ। ਨਿਕਟ ਨਿਕਟ ਜੇ ਸਰਮ ਬਸੰਤੇ। ਜਿਹੜੇ ਨੇੜੇ ਨੇੜੇ ਘਰ ਰਹਿੰਦੇ ਸਨ ਨਾ ਗੁਰੂ ਘਰ ਦੇ, 10ਵੇਂ ਪਾਤਸ਼ਾਹ ਦੇ ਘਰ ਦੇ ਜਿਹੜੇ ਗੁਆਂਢੀ ਘਰ ਸਨ, ਉਹ ਸਾਰੇ ਪਾਣੀ ਉੱਥੋਂ ਲੈਂਦੇ ਹਨ। ਤਾਂ ਆਰ ਕਰਨ ਨੀਰ ਪਰੰਤੇ। ਸਦਾ ਹੀ ਉੱਥੋਂ ਆ ਕੇ ਪਾਣੀ ਭਰਦੇ ਹਨ। ਘਾਟ ਭਰ ਕਰ ਲੈ ਜਾਹੇ ਸੁਨੀਤਾ। ਘੜੇ ਭਰ ਭਰ ਕੇ, ਹੁਣ ਮਿੱਟੀ ਦਾ ਘੜਾ ਪਾਣੀ ਦਾ ਭਰ ਭਰ ਕੇ ਲੈ ਕੇ ਜਾਂਦੀਆਂ ਬੀਬੀਆਂ ਆ ਕੇ। ਕਰੈ ਪਾਨ ਕੋ ਹਰ ਖਤ ਚੀਤਾ। ਉਹ ਮਿੱਠਾ ਪਾਣੀ ਪੀ ਕੇ ਤੇ ਬੜੇ ਲੋਕ ਖੁਸ਼ ਹੁੰਦੇ ਹਨ। ਕਈ ਵਾਰ ਦੁਰ ਦੁਰ ਕਰ ਮਾਰੇ। ਉਸ ਵੇਲੇ ਸਤਿਗੁਰੂ ਕੀ ਕਰਦੇ, ਆਪਣੇ ਸਾਥੀਆਂ ਦੇ ਨਾਲ ਨਾ ਗੁਲੇਲ ਲੈ ਕੇ ਤੇ ਛੁਪ ਜਾਂਦੇ। ਤੇ ਜਦੋਂ ਕੋਈ ਬੀਬੀ ਘੜਾ ਭਰ ਕੇ ਪਾਣੀ ਦਾ ਤੁਰਦੀ ਤੇ ਛੁਪ ਕੇ ਕਹਿੰਦੇ ਗੁਲੇਲ ਦੇ ਵਿੱਚ ਉਸ ਵੇਲੇ ਗੁਲੇਲਾ ਚਲਾਉਂਦੇ ਹਨ। ਘਟ ਕੋ ਫੋਰ ਤੁਰਤ ਗੁਰ ਡਾਰੇ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਘੜਾ ਟੁੱਟ ਜਾਂਦਾ। ਹੁਣ ਮਿੱਟੀ ਦਾ ਘੜਾ ਜਦੋਂ ਪੱਥਰ ਮਾਰਾਂਗੇ ਟੁੱਟਣਾ ਹੀ ਹੈ ਨਾ, ਘੜਾ ਟੁੱਟ ਜਾਂਦਾ। ਇਸ ਤਰ੍ਹਾਂ ਦਾ ਕੌਤਕ ਹੁੰਦਾ ਹੈ। ਇਤ ਉਤ ਦੇਖਤ ਦੁੱਖ ਕੋ ਪਾਏ। ਜਿਹੜੀਆਂ ਉਹ ਬੀਬੀਆਂ ਪਾਣੀ ਭਰਨ ਆਉਂਦੀਆਂ, ਉਹ ਜਦੋਂ ਵੇਖਦੀਆਂ ਵੀ ਘੜਾ ਕਿਹਨੇ ਤੋੜਿਆ, ਬੱਚੇ ਸਨ, ਘੜਾ ਤੋੜ ਕੇ ਛੁਪ ਜਾਂਦੇ, ਦਿਸਦਾ ਕੋਈ ਨਹੀਂ ਹੈ, ਉਹ ਦੁਖੀ ਹੁੰਦੀਆਂ ਹਨ। ਕਿਨਹੂ ਅਚਾਨਕ ਕੁੰਭ ਨਸਾਏ। ਇਹ ਸਾਡਾ ਘੜਾ ਕਿਹਨੇ ਤੋੜਿਆ, ਆਪਸ ਵਿੱਚ ਇੱਕ ਦੂਜੀ ਨਾਲ ਗੱਲਾਂ ਕਰਦੀਆਂ ਵੀ ਇਹ ਘੜਾ ਕੌਣ ਤੋੜ ਗਿਆ ਹੈ। ਬਰਜਤ ਗੁਜਰੀ ਮਾਤ ਕਨੇਰਾ। ਮਾਤਾ ਗੁਜਰੀ ਜੀਆਂ ਨੂੰ ਲਾਂਭੇ ਆਉਂਦੇ ਵੀ ਤੁਹਾਡਾ ਪੁੱਤਰ ਤੇ ਘੜੇ ਤੋੜਦਾ। ਜਦੋਂ ਮਾਤਾ ਜੀਆਂ ਨੂੰ ਪਤਾ ਲੱਗਦਾ, ਮਾਤਾ ਗੁਜਰੀ ਜੀ ਆਪਣੇ ਪੁੱਤਰ ਨੂੰ ਫਿਰ ਰੋਕਦੇ ਵੀ ਇਹ ਕੰਮ ਨਾ ਕਰਿਆ ਕਰ। ਇਤੇ ਉਤ ਧਾਏ ਜਾਏ ਬਹੁ ਬੇਰਾ। ਤੇ ਜਦੋਂ ਰੋਕਦੇ ਨੇ, ਮਹਾਰਾਜ ਛੋਟੀ ਉਮਰ ਹੈ, ਉਸੇ ਵੇਲੇ ਭੱਜ ਕੇ ਮਾਤਾ ਤੋਂ ਦੂਰ ਚਲੇ ਜਾਂਦੇ। ਇੱਕ ਦਿਵਸ ਇੱਕ ਤੁਰਕਨੇ ਆਈ। ਕਹਿਣ ਲੱਗੇ ਵੀ ਇੱਕ ਦਿਨ ਕੀ ਹੋਇਆ, ਇੱਕ ਮੁਸਲਮਾਨਾਂ ਦੇ ਘਰ ਦੇ ਵਿੱਚੋਂ ਔਰਤ ਜਿਹੜੀ ਹੈ ਨਾ, ਉਹ ਪਾਣੀ ਲੈਣ ਵਾਸਤੇ ਆਈ ਹੈ। ਬਾਰੀ ਭਰਵੇਂ ਕਹੋ ਉਤਲਾਈ। ਛੇਤੀ ਦੇ ਨਾਲ ਕਹਿਣ ਲੱਗੇ ਵੀ ਪਾਣੀ ਭਰਨ ਵਾਸਤੇ ਖੂਹ ਦੇ ਵਿੱਚੋਂ ਉਸਨੇ ਛੇਤੀ ਕਾਹਲੀ ਕੀਤੀ ਹੈ। ਧਰ ਸਿਰ ਪਰ ਜਬ ਘਰ ਕੋ ਚੱਲੀ। ਜਦੋਂ ਉਹ ਸਿਰ ਤੇ ਘੜਾ ਰੱਖ ਕੇ
ਪਾਣੀ ਦਾ ਭਰਿਆ ਮੁਸਲਮਾਨ ਔਰਤ ਆਪਣੇ ਘਰ ਨੂੰ ਚੱਲੀ ਹੈ। ਤਬ ਗੁਰ ਹਾਥ ਗੁਲੇਲ ਸੰਭਾਲੀ। 10ਵੇਂ ਪਾਤਸ਼ਾਹ ਗੋਬਿੰਦ ਰਾਏ ਜੀਆਂ ਨੇ ਹੱਥ ਵਿੱਚ ਗੁਲੇਲ ਫੜੀ ਹੋਈ ਤੇ ਗੁਲੇਲ ਦੇ ਵਿੱਚ ਉਸ ਵੇਲੇ ਇੱਕ ਪੱਥਰ ਜੋੜਿਆ ਹੈ। ਤਾਂ ਕਿ ਹਤਿਓ ਕਰ ਹਾਲਤ ਭਇਓ। ਤੱਕ ਕੇ ਉਸ ਘੜੇ ਨੂੰ, ਜਿਹੜੀ ਮੁਸਲਮਾਨ ਔਰਤ ਨੇ ਘੜਾ ਚੁੱਕਿਆ, ਉਹਨੂੰ ਵੇਖ ਕੇ ਤੇ ਆਪਣੀ ਗੁਲੇਲ ਨੂੰ ਉਸ ਵੇਲੇ ਚਲਾਇਆ ਹੈ। ਘਟ ਬਚ ਗਇਓ ਭਾਲ ਮੈਂ ਹਇਓ। ਪਰ ਉਹ ਨਿਸ਼ਾਨਾ ਉੱਕ ਗਿਆ। ਉਹ ਜਿਹੜਾ ਪੱਥਰ ਚੱਲਿਆ ਨਾ ਗੁਲੇਲ ਦੇ ਵਿੱਚੋਂ, ਉਹ ਘੜੇ ਨੂੰ ਤੇ ਨਹੀਂ ਲੱਗਾ, ਪਰ ਜਿਹੜੀ ਮੁਸਲਮਾਨ ਔਰਤ ਨੇ ਚੁੱਕਿਆ ਉਹਦੇ ਮੱਥੇ ਨੂੰ ਜਾ ਕੇ ਲੱਗਾ। ਤੇ ਕਹਿਣ ਲੱਗੇ ਮੱਥੇ ਤੋਂ ਜ਼ਖਮੀ ਹੋ ਗਈ ਹੈ। ਛੁਟਿਓ ਰਕਤ ਦੁਖ ਪਾਏ ਕਨੇਰਾ। ਉਹਦੇ ਮੱਥੇ ਵਿੱਚੋਂ ਖੂਨ ਵਹਿਣ ਲੱਗ ਪਿਆ। ਲੈਣ ਤੇ ਪਾਣੀ ਆਈ ਹੈ, ਪਾਣੀ ਤੇ ਕੀ ਮਿਲਣਾ, ਅੱਗੋਂ ਖੂਨ ਡੁੱਲ ਗਿਆ ਜਿਹੜਾ ਆਪਣੇ ਕੋਲ ਸੀ। ਕਹਿਣ ਲੱਗੇ ਜਦੋਂ ਖੂਨ ਡੁੱਲਿਆ ਹੈ, ਉੱਚੇ ਬੋਲ ਕਹੇ ਤਿਸ ਬੇਰਾ। ਤੇ ਉਹ ਮੁਸਲਮਾਨ ਔਰਤ ਬੜੇ ਗੁੱਸੇ ਵਿੱਚ ਆ ਗਈ ਵੀ ਪਾਣੀ ਲੈਣ ਆਏ ਆ, ਇਹਨਾਂ ਨੇ ਸਾਡਾ ਮੱਥਾ ਪਾੜ ਦਿੱਤਾ। ਗੁੱਸੇ ਵਿੱਚ ਉੱਚੀ ਉੱਚੀ ਬੋਲਣ ਲੱਗੀ ਹੈ, ਹਾਏ ਹਾਏ ਕਰਤੀ ਚਲੇ ਆਈ। ਹਾਏ ਮੈਂ ਮਰ ਗਈ, ਹਾਏ ਮੈਂ ਮਰ ਗਈ। ਕਈ ਕੰਮ ਦੇ ਲਈ ਹੁੰਦੇ ਨਾ ਥੋੜੇ ਜਿਹੇ ਦਿਨ ਵਾਲੇ, ਪੈਰ ਭਾਵੇਂ ਕੰਡਾ ਹੀ ਲੱਗ ਜਾਵੇ ਉਹ ਪੈਰ ਹੀ ਫੜ ਕੇ ਬਹਿ ਜਾਂਦੇ ਵੀ ਮੈਂ ਤੇ ਹੁਣ ਤੋਰ ਹੀ ਨਹੀਂ ਸਕਦਾ, ਥੋੜਾ ਦਿਲ ਹੈ। ਔਰਤ ਹੈ, ਬੀਬੀ ਹੈ, ਜਦੋਂ ਮੱਥੇ ਵਿੱਚ ਵੱਜਾ ਪੱਥਰ ਉਹ ਡਰ ਗਈ, ਡਰ ਕੇ ਖੂਨ ਨਿਕਲਿਆ। ਹਾਏ ਮਰ ਗਈ, ਹਾਏ ਮਰ ਗਈ ਕਰਦੀ ਹੋਈ ਉਸ ਵੇਲੇ ਆ ਗਈ ਹੈ। ਜਹ ਥਿਰ ਗੁਜਰੀ ਅਰ ਬੜਮਾਈ। ਜਿੱਥੇ ਮਾਤਾ ਗੁਜਰੀ ਜੀ ਬੈਠੇ ਸਨ, ਮਾਤਾ ਨਾਨਕੀ ਜੀ ਬੈਠੇ, ਇਹ ਮੁਸਲਮਾਨ ਔਰਤ ਜਿਹੜੀ ਆ ਉੱਥੇ ਉਹਨਾਂ ਦੇ ਕੋਲ ਆ ਗਈ ਹੈ। ਊਚ ਅਟਾਰੀ ਤੇ ਮੋਹਿ ਮਾਰਿਓ। ਕਹਿਣ ਲੱਗੀ ਵੀ ਮੈਂ ਤੇ ਥੱਲੇ ਜਾ ਰਹੀ ਸੀ ਤੇ ਤੁਹਾਡਾ ਪੋਤਰਾ ਉੱਪਰ ਚੜਿਆ ਹੋਇਆ ਕਿਸੇ ਚੁਬਾਰੇ ਤੋਂ, ਤੇ ਉਸਨੇ ਮੇਰੇ ਆ ਮੱਥੇ ਦੇ ਵਿੱਚ ਪੱਥਰ ਮਾਰਿਆ ਹੈ। ਲੱਗਿਓ ਭਾਲ ਮੈਂ ਸ਼ਰੂਣ ਨਿਕਾਰੇ। ਮੇਰਾ ਮੱਥਾ ਪਾੜ ਗਿਆ ਤੇ ਮੇਰੇ ਮੱਥੇ ਵਿੱਚੋਂ ਹੁਣ ਖੂਨ ਨਿਕਲਦਾ ਪਿਆ ਹੈ। ਜਾਉ ਪੁਕਾਰੂ ਮੈਂ ਦੁਖ ਪਾਇਓ। ਹੁਣ ਮੈਂ ਦੁਖੀ ਹੋ ਗਈਆਂ ਤੇ ਮੈਂ ਜਾ ਕੇ ਹੁਣ ਪੁਕਾਰ ਕਰਾਂਗੀ। ਜਿਹੜਾ ਸ਼ਹਿਰ ਦਾ ਇੱਥੋਂ ਦਾ ਵਜ਼ੀਰ ਹੈ ਨਾ, ਰਾਜਾ, ਮੈਂ ਉਹਦੇ ਕੋਲ ਤੁਹਾਡੀ ਸ਼ਿਕਾਇਤ ਕਰਾਂਗੀ ਵੀ ਤੁਸੀਂ ਘਰੇ ਆਏ ਲੋਕਾਂ ਦੇ ਮੱਥੇ ਪਾੜਦੇ ਹੋ ਪੱਥਰ ਮਾਰ ਮਾਰ ਕੇ। ਮੈਂ ਹੁਣ ਤੁਹਾਡੀ ਸ਼ਿਕਾਇਤ ਕਰਨੀ ਹੈ। ਉਹ ਸੁੱਤ ਅਤ ਉਤਪਾਤ ਉਠਾਇਓ। ਤੁਹਾਡੇ ਪੁੱਤਰ ਨੇ ਬੜਾ ਝਗੜਾਲੂ ਹੈ, ਬੜਾ ਉਹ ਦੁਨੀਆ ਨੂੰ ਦੁੱਖ ਦਿੰਦਾ ਪਿਆ। ਜਿਹੜਾ ਪਾਣੀ ਲੈਣ ਆਉਂਦਾ ਕਿਸੇ ਦਾ ਘੜਾ ਤੋੜ ਦਿੰਦਾ, ਕਿਸੇ ਦਾ ਮੱਥਾ ਪਾੜ ਦਿੰਦਾ। ਤੁਸੀਂ ਪੰਜਾਬ ਤੋਂ ਆ ਕੇ ਪਟਨੇ ਰਹਿੰਦੇ ਪਏ ਹੋ, ਦੁਨੀਆ ਨੂੰ ਦੁਖੀ ਕਰ ਛੱਡਿਆ। ਹੁਣ ਤੁਹਾਡੀ ਸ਼ਿਕਾਇਤ ਲੱਗੇਗੀ। ਮੈਂ ਤੁਹਾਡੀ ਜਿਹੜੀ ਹੈ ਸ਼ਿਕਾਇਤ ਰਾਜੇ ਕੋਲ ਕਰਨੀ ਹੈ। ਲੋਕਨ ਕੇ ਘਟ ਭਾਗਨ ਕਰਨ ਤੇ। ਤੁਸੀਂ ਲੋਕਾਂ ਦੇ ਘੜੇ ਤੋੜਦੇ ਹੋ। ਧਰਤ ਸ਼ਿਮਾ ਲਖ ਨਿਕਟ ਬਸੰਤੇ। ਲੋਕੀ ਤੇ ਤੁਹਾਨੂੰ ਮਾਫ ਕਰਦੇ ਵੀ ਚਲੋ ਕੋਈ ਗੱਲ ਨਹੀਂ ਵੀ ਸਾਡੇ ਗੁਆਂਢੀ ਨੇ। ਹੁਣ ਗੁਆਂਢੀਆਂ ਦਾ ਬੱਚਾ ਦੂਜੇ ਗੁਆਂਢੀਆਂ ਦੇ ਘਰੇ ਥੋੜੀ ਬਹੁਤੀ ਸ਼ਰਾਰਤ ਕਰ ਆਵੇ ਤੇ ਲੋਕ ਕਹਿੰਦੇ ਚਲੋ ਕੋਈ ਗੱਲ ਨਹੀਂ, ਗੁਆਂਢੀਆਂ ਨੂੰ ਲਾਂਭਾ ਕੀ ਦੇਣਾ। ਤੁਸੀਂ ਲੋਕਾਂ ਦੇ ਘੜੇ ਤੋੜਦੇ ਹੋ, ਲੋਕੀ ਤੁਹਾਨੂੰ ਲਾਂਭਾ ਨਹੀਂ ਦਿੰਦੇ। ਗੁਆਂਢੀ ਜਾਣ ਕੇ ਵੀ ਚਲੋ ਕੀ ਵਿਗਾੜਨੀ ਹੈ, ਪਰ ਇਹ ਕੰਮ ਚੰਗਾ ਨਹੀਂ ਹੈ। ਕਹੋ ਕਹਾਂ ਲੱਗ ਕਰੈ ਸਮਾਈ। ਤੇ ਕਿੱਥੋਂ ਤੱਕ ਅਸੀਂ ਝੱਲੀਏ ਇਸ ਕੰਮ ਨੂੰ। ਇੱਕ ਦਿਨ ਘੜਾ ਤੋੜਿਆ ਤੇ ਠੀਕ ਹੈ, ਇੱਕ ਦਿਨ ਨੁਕਸਾਨ ਹੋਇਆ ਤੇ ਠੀਕ ਹੈ। ਹੁਣ ਰੋਜ਼ ਥੋੜੀ ਅਸੀਂ ਘੜੇ ਤੜਾਵਾਂਗੇ ਜਾਂ ਰੋਜ਼ ਥੋੜੀ ਆਪਣੇ ਮੱਥੇ ਪੜਵਾਵਾਂਗੇ ਤੁਹਾਡੇ ਕੋਲ। ਇੱਕ ਦਿਨ ਤੇ ਕੋਈ ਸਹਿ ਲੈਂਦਾ, ਪਰ ਵਾਰ-ਵਾਰ ਨਹੀਂ ਸਹਿਆ ਜਾਂਦਾ ਹੈ। ਨਹਿ ਤੂੰ ਵਰਜਤ ਦੇਖਤ ਮਾਈ। ਇਸ ਕਰਕੇ ਹੇ ਮਾਤਾ, ਤੈਨੂੰ ਨਹੀਂ ਪਤਾ ਲੱਗਦਾ ਵੀ ਤੇਰਾ ਪੁੱਤਰ ਕੀ ਕਰਦਾ। ਮੱਥੇ ਵਿੱਚ ਪੱਥਰ ਮਾਰਦਾ, ਕਦੇ ਘੜੇ ਤੋੜਦਾ, ਤੁਸੀਂ ਰੋਕਦੇ ਕਿਉਂ ਨਹੀਂ ਆਪਣੇ ਪੁੱਤਰ ਨੂੰ। ਇਹ ਮੁਸਲਮਾਨ ਔਰਤ ਨੇ ਉਸ ਵੇਲੇ ਕਹਿੰਦੇ ਲਾਂਭਾ ਦਿੱਤਾ ਹੈ। ਤੁਰਕੇ ਸ਼ਰਕੇ ਆਏ ਸਿਪਾਹੀ। ਸੋ ਜੇ ਤੁਸੀਂ ਹੁਣ ਨਾ ਹਟੇ ਤੇ ਮੈਂ ਫਿਰ ਜਾ ਕੇ ਤੁਹਾਡੀ ਸ਼ਿਕਾਇਤ ਕਰਾਂਗੀ ਔਰੰਗਜ਼ੇਬ ਦੀ ਫੌਜ ਦੇ ਕੋਲ। ਤੇ ਔਰੰਗਜ਼ੇਬ ਦੇ ਫਿਰ ਸਿਪਾਹੀ ਉਸ ਵੇਲੇ ਆ ਜਾਣਗੇ। ਬਾਦ ਘਾਟ ਬੋਲੇ ਤੁਮ ਪਾਹੀ। ਤੇ ਤੁਹਾਨੂੰ ਫਿਰ ਆ ਕੇ ਵੱਧ ਘੱਟ ਬੋਲਣਗੇ, ਨਾਲੇ ਤੁਹਾਡੀ ਬੇਇੱਜ਼ਤੀ ਕਰਨਗੇ, ਨਾਲੇ ਤੁਹਾਨੂੰ ਠਾਣਾ ਵਿਖਾਉਣਗੇ। ਪਰ ਤੁਸੀਂ ਉਦੋਂ ਰੁਕਣਾ ਹੈ ਜਦੋਂ ਤੁਹਾਡੇ ਨਾਲ ਮੈਂ ਇਹ ਸਭ ਕੁਝ ਕਰਾਂਗੀ। ਸੁਣ ਮਾਤਾ ਔਰ ਕ੍ਰੋਧ ਵਿਸਾਲਾ। ਜਦੋਂ ਮਾਤਾ ਸਾਹਿਬ ਨੇ ਸੁਣੀ ਨਾ ਗੱਲ, ਮਾਤਾ ਗੁਜਰੀ ਜੀਆਂ ਨੂੰ ਗੁੱਸਾ ਆ ਗਿਆ ਵੀ ਪੁੱਤਰ ਸਾਡਾ ਰੋਜ਼ ਹੀ ਲਾਂਭੇ ਲੈ ਕੇ ਆਉਂਦਾ। ਮਾਤਾ ਸਾਹਿਬ ਜੀ ਉਸ ਵੇਲੇ ਗੁੱਸੇ ਵਿੱਚ ਆ ਕੇ ਲੈ ਕਰ ਸ਼ਰੀ ਉਠੀ ਤਤਕਾਲ। ਮਾਤਾ ਜੀ ਨੇ ਸੋਟੀ ਫੜ ਲਈ ਹੱਥ ਵਿੱਚ, ਸੋਟੀ ਪਈ ਸੀ ਫੜ ਲਈ ਹੱਥ ਵਿੱਚ ਵੀ ਅੱਜ ਫਿਰ ਇਹਨੂੰ ਥੋੜਾ ਕੁੱਟਣਾ ਹੀ ਪੈਣਾ ਸੋਟੀ ਦੇ ਨਾਲ। ਰੋਜ਼ ਘੜੇ ਤੋੜਦਾ, ਰੋਜ਼ ਉਹ ਲਾਂਭਾ ਲੈ ਕੇ ਆਉਂਦਾ। ਕਹਿਣ ਲੱਗੇ ਮਾਤਾ ਜੀ ਉਸ ਵੇਲੇ ਸੋਟੀ ਲੈ ਕੇ ਚੱਲ ਪਏ ਹਨ। ਉੱਚੇ ਬੋਲਤ ਤਾੜਨ ਹੇਤ। ਮਾਤਾ ਸਾਹਿਬ ਜੀ ਆਪਣੇ ਪੁੱਤਰ ਨੂੰ ਤਾੜਨ ਵਾਸਤੇ, ਡਰਾਉਣ ਵਾਸਤੇ ਉਸ ਵੇਲੇ ਉੱਚੀ ਉੱਚੀ ਬੋਲਦੇ ਗੁੱਸੇ ਦੇ ਨਾਲ। ਤੂਰਨ ਉੱਪਰ ਗਈ ਨਿਕੇਤ। ਤੇ ਜਿਸ ਅਟਾਰੀ ਦੇ ਉੱਪਰ, ਜਿਸ ਚੁਬਾਰੇ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਗੋਬਿੰਦ ਰਾਏ ਜੀ ਬੈਠੇ ਸਨ, ਜਿਸ ਅਟਾਰੀ ਤੇ ਮਾਤਾ ਗੁਜਰੀ ਜੀ ਸੋਟੀ ਲੈ ਕੇ ਉਸ ਅਟਾਰੀ ਚੁਬਾਰੇ ਦੇ ਉੱਪਰ ਚੜ੍ਹਦੇ ਜਾਂਦੇ ਹਨ। ਜਾਨੀ ਸ਼੍ਰੀ ਗੋਬਿੰਦ ਸਿੰਘ ਮਾਤਾ। ਉਸ ਵੇਲੇ ਸਤਿਗੁਰਾਂ ਨੂੰ ਆਵਾਜ਼ ਸੁਣੀ ਵੀ ਮਾਤਾ ਅੱਜ ਬੜਾ ਕੜਕਦੀ ਪਈ ਆ ਗੁੱਸੇ ਵਿੱਚ। ਜਾਣ ਲਿਆ ਵੀ ਮਾਤਾ ਸਾਡੇ ਮਗਰ ਆਉਂਦੀ ਪਈ ਆ ਸੋਟੀ ਲੈ ਕੇ ਸਾਨੂੰ ਮਾਰਨ ਵਾਸਤੇ। ਜਦੋਂ ਵੇਖਿਆ ਕਿ ਸਾਡੀ ਮਾਂ ਸਾਨੂੰ ਡਾਟਣ ਵਾਸਤੇ, ਮਾਰਨ ਵਾਸਤੇ ਆ ਰਹੀ ਹੈ, ਤਾੜਨ ਕਾਰਨ ਮਨ ਰਿਸ ਤੇ ਰਾਤਾ। ਸਤਿਗੁਰੂ ਜਾਣ ਗਿਆ ਵੀ ਮਾਤਾ ਦੀ ਆਵਾਜ਼ ਤੋਂ ਅੱਜ ਲੱਗਦਾ ਵੀ ਅੱਜ ਬੜੇ ਗੁੱਸੇ ਵਿੱਚ ਹੈ, ਤੇ ਗੁੱਸੇ ਵਿੱਚ 2-4 ਸੋਟੀਆਂ ਤੇ ਮਾਰੇਗੀ ਨਾ, ਆ ਕੇ ਭਲਾ ਥੋੜੀ ਗੁਜ਼ਾਰੇਗੀ।
ਗੋਬਿੰਦ ਰਾਏ ਜੀ ਜਾਣ ਗਏ ਮਾਤਾ ਅੱਜ ਗੁੱਸੇ ਦੇ ਵਿੱਚ, ਆਵਾਜ਼ ਤੋਂ ਪਤਾ ਲੱਗਦਾ ਵੀ ਉਹਨੂੰ ਗੁੱਸਾ ਆਇਆ। ਇਹ ਗੱਲ ਜਾਣ ਕੇ ਦੌਰ ਪ੍ਰਵੇਸ਼ੇ ਵਿੱਚ ਅਟਾਰੀ, ਤੇ ਸਤਿਗੁਰੂ ਪਾਤਸ਼ਾਹ ਜੀ ਭੱਜ ਕੇ ਉਹ ਜਿਹੜਾ ਚੁਬਾਰਾ ਸੀ ਨਾ, ਚੁਬਾਰੇ ਦੇ ਵਿੱਚ ਵੜ ਗਏ, ਚੁਬਾਰੇ ਦੇ ਅੰਦਰ ਚਲੇ ਗਏ ਹਨ। ਤੁਰਤ ਭੇਰ ਦ੍ਰਿੜ ਕੀਨ ਤੇ ਕਵਾਰੀ, ਜਿਹੜੇ ਚੁਬਾਰੇ ਦੇ ਦਰਵਾਜ਼ੇ ਸਨ ਉਹ ਅੰਦਰੋਂ ਬੰਦ ਕਰ ਲਏ, ਅੰਦਰੋਂ ਕੁੰਡੀ ਲਾ ਲਈ, ਨਾ ਮਾਂ ਅੰਦਰ ਆਵੇ ਤੇ ਨਾ ਮੈਨੂੰ ਮਾਰੇ। ਹੁਣ ਬਚਾ ਤੇ ਦਰਵਾਜ਼ੇ ਨਹੀਂ ਕਰਨਾ, ਕਹਿਣ ਲੱਗੇ ਚੁਬਾਰੇ ਦੇ ਅੰਦਰ ਜਾ ਕੇ ਤੇ ਦਰਵਾਜ਼ੇ ਨੂੰ ਕੁੰਡੀ ਲਾ ਕੇ ਅੰਦਰ ਬੈਠ ਗਏ ਹਨ। ਸ਼੍ਰੰਖਲ ਕੋ ਲਗਾਏ ਤਤਕਾਲਾ, ਇੱਕ ਸੰਗਲ ਪਿਆ ਸੀ ਅੰਦਰ, ਛੇਤੀ ਦੇ ਨਾਲ ਸੰਗਲ ਦੀ ਗੰਢ ਮਾਰ ਦਿੱਤੀ ਵੀ ਕੁੰਡੀ ਖੁੱਲ ਸਕਦੀ ਹੈ, ਤੇ ਜੇ ਖੁੱਲ ਗਈ ਤੇ ਪ੍ਰਸ਼ਾਦ ਡਾਢਾ ਮਿਲ ਜਾਣਾ। ਛੇਤੀ ਦੇ ਨਾਲ ਸੰਗਲ ਵੀ ਨਾਲ ਲਾ ਕੇ ਤੇ ਸੰਗਲ ਦੀ ਗੰਢ ਮਾਰ ਦਿੱਤੀ ਵੀ ਹੁਣ ਦਰਵਾਜ਼ਾ ਹੀ ਟੁੱਟੇਗਾ ਪਰ ਦਰਵਾਜ਼ਾ ਖੁੱਲੇਗਾ ਨਹੀਂ। ਕਹਿੰਦੇ ਇਸ ਤਰ੍ਹਾਂ ਸੰਗਲ ਦੇ ਨਾਲ ਬੰਨ੍ਹ ਦਿੱਤਾ ਹੈ। ਬੈਠ ਰਹੇ ਨਿਸ਼ਚਿੰਤ ਕਿਰਪਾਲਾ, ਆਪ ਫਿਕਰ ਕੋਈ ਨਹੀਂ ਹੈ ਵੀ ਮਾਂ ਬੜੀ ਗੁੱਸੇ ਵਿੱਚ ਹੈ, ਸੋਟੀ ਲੈ ਕੇ ਆਏਗੀ ਮਾਰੇਗੀ, ਚਿੰਤਾ ਹੀ ਕੋਈ ਨਹੀਂ ਹੈ, ਫਿਕਰ ਹੀ ਕੋਈ ਨਹੀਂ ਹੈ। ਨਾ ਮਾਂ ਤੋਂ ਦਰਵਾਜ਼ਾ ਖੁੱਲ੍ਹਣਾ, ਨਾ ਉਹਨੇ ਅੰਦਰ ਆਉਣਾ, ਨਾ ਸਾਨੂੰ ਉਹਨੇ ਮਾਰ ਸਕਣਾ, ਕੋਈ ਚਿੰਤਾ ਨਹੀਂ, ਬਿਨਾਂ ਚਿੰਤਾ ਤੋਂ ਬੈਠ ਗਏ ਹਨ। ਸ਼੍ਰੀ ਗੁਜਰੀ ਕਰ ਦੇਖ ਕਵਾਰਾ, ਜਦੋਂ ਮਾਤਾ ਸਾਹਿਬ ਮਾਤਾ ਗੁਜਰੀ ਜੀਆਂ ਨੇ ਵੇਖਿਆ ਵੀ ਇਹਨਾਂ ਨੇ ਤੇ ਦਰਵਾਜ਼ਾ ਬੰਦ ਕਰ ਲਿਆ ਚੁਬਾਰੇ ਦਾ, ਦਰਵਾਜ਼ਾ ਬੰਦ ਵੇਖ ਕੇ ਦੇਤ ਧਕੇਲਾ ਨਹਿਨ ਉਘਾਰਾ, ਤੇ ਉਸ ਵੇਲੇ ਧੱਕਾ ਮਾਰਿਆ ਦਰਵਾਜ਼ੇ ਨੂੰ ਖੋਲ੍ਹਣ ਵਾਸਤੇ। ਜਦੋਂ ਮਾਤਾ ਗੁਜਰੀ ਜੀਆਂ ਨੇ ਧੱਕਾ ਮਾਰਿਆ ਤੇ ਕਹਿਣ ਲੱਗੇ ਦਰਵਾਜ਼ਾ ਖੁੱਲ੍ਹਾ ਨਹੀਂ, ਕਿਉਂਕਿ ਅੰਦਰੋਂ ਬੰਦ ਕੀਤਾ ਨਾ ਸੰਗਲ ਦੇ ਨਾਲ, ਖੁੱਲ੍ਹਿਆ ਨਹੀਂ ਹੈ। ਖਰੀ ਹੋਏ ਕਹਿ ਕਰੂਰ ਵਡੇਰੇ, ਉਸ ਵੇਲੇ ਮਾਤਾ ਹੁਣ ਦਰਵਾਜ਼ੇ ਦੇ ਸਾਹਮਣੇ ਖੜ ਗਈ ਹੈ ਤੇ ਬੜੇ ਗੁੱਸੇ ਦੇ ਨਾਲ ਮਾਤਾ ਜੀ ਇਸ ਤਰ੍ਹਾਂ ਕਹਿਣ ਲੱਗੇ ਹਨ। ਨਿਤ ਹੇਰਤ ਮੈਂ ਅਵਗੁਣ ਤੇ, ਕਹਿਣ ਲੱਗੀ ਪੁੱਤਰਾ ਰੋਜ਼ ਮੈਂ ਤੇਰੇ ਅਵਗੁਣ ਵੇਖਦੀ ਹਾਂ, ਰੋਜ਼ ਤੂੰ ਮੈਨੂੰ ਲਾਂਭੇ ਦਿਵਾਉਣਾ, ਕਦੇ ਕਿਸੇ ਦਾ ਘੜਾ ਭੰਨ ਦੇਣਾ, ਕਦੇ ਕਿਸੇ ਦੇ ਨਾਲ ਕੋਈ ਸ਼ਰਾਰਤ ਕਰਦਾ, ਰੋਜ਼ ਲਾਂਭੇ ਮੈਨੂੰ ਆਉਂਦੇ। ਮੈਂ ਆਖਦੀ ਚੱਲ ਤੂੰ ਸਮਝ ਜਾਏਂਗਾ, ਸਮਝ ਜਾਏਂਗਾ, ਮੈਂ ਰੋਜ਼ ਤੇਰੇ ਅਵਗੁਣਾਂ ਨੂੰ ਵੇਖਦੀ ਹਾਂ, ਜਿਹੜੀਆਂ ਸ਼ਰਾਰਤਾਂ ਤੂੰ ਰੋਜ਼ ਕਰਕੇ ਉਲਾਂਭੇ ਲੈਂਦਾ, ਮੈਂ ਰੋਜ਼ ਲੋਕਾਂ ਦੇ ਕੋਲੋਂ ਸੁਣਦੀ ਹਾਂ। ਤੁਰਕ ਰਾਜ ਮਹਿ ਕਰ ਉਤਪਾਤਾ, ਪਰ ਤੂੰ ਇਹ ਨਹੀਂ ਜਾਣਦਾ ਵੀ ਇਹ ਸ਼ਹਿਰ ਮੁਸਲਮਾਨਾਂ ਦਾ ਹੈ ਤੇ ਇਸ ਵੇਲੇ ਰਾਜ ਵੀ ਮੁਸਲਮਾਨਾਂ ਦਾ, ਤੇ ਔਰਤ ਵੀ ਉਹ ਮੁਸਲਮਾਨ ਹੈ ਜਿਹਦਾ ਤੂੰ ਮੱਥਾ ਪਾੜਿਆ। ਤੂੰ ਨਹੀਂ ਜਾਣਦਾ ਮੁਸਲਮਾਨਾਂ ਦਾ ਕਿੰਨਾ ਵੈਰ ਹੈ ਗੁਰੂ ਘਰ ਦੇ ਨਾਲ, ਕਿੰਨਾ ਵੈਰ ਹੈ ਦੂਜਿਆਂ ਦੇ ਨਾਲ, ਤੂੰ ਇਸ ਗੱਲ ਨੂੰ ਜਾਣਦਾ ਨਹੀਂ ਹੈ। ਤ੍ਰਿਏ ਕੇ ਕੀਨ ਗੁਲੇ ਲੋ ਤੇ ਘਾਤਾ, ਤੂੰ ਇੱਕ ਮੁਸਲਮਾਨ ਔਰਤ ਦੇ ਮਾਰ ਕੇ ਪੱਥਰ ਗੁਲੇਲ ਦੇ ਨਾਲ ਤੇ ਉਹਦਾ ਸਿਰ ਤੂੰ ਪਾੜ ਦਿੱਤਾ ਹੈ। ਸ਼੍ਰੋਣਤ ਬਹਿਓ ਜਾਤ ਬਿਨ ਲਾਵੇ, ਉਹਦੇ ਮੱਥੇ ਵਿੱਚੋਂ ਖੂਨ ਵਹਿੰਦਾ ਪਿਆ ਤੇ ਉਹ ਜਾ ਕੇ ਆਪਣੇ ਘਰ ਵਿੱਚ ਉਲਾਂਭਾ ਦਿੰਦੀ ਪਈ ਬੜੇ ਗੁੱਸੇ ਵਿੱਚ ਆ ਕੇ। ਅਬੈ ਪੁਕਾਰੂ ਸੋ ਜਲ ਜਾਵੇ, ਹੁਣ ਉਸਨੇ ਜਾ ਕੇ ਥਾਣੇ ਦੇ ਵਿੱਚ ਸਾਡੇ ਵਿਰੁੱਧ ਉਹਨੇ ਸ਼ਿਕਾਇਤ ਕਰ ਦੇਣੀ, ਦਰਖਾਸਤ ਉਹਨੇ ਦੇ ਦੇਣੀ ਹੈ ਜਾ ਕੇ ਸਮੇਂ ਦੇ ਹਾਕਮ ਨੂੰ ਵੀ ਇਹ ਸਾਨੂੰ ਤੰਗ ਕਰਦੇ ਹਨ। ਕਿਆ ਹਮ ਕहें ਯਤਨ ਕਿਆ ਕरें, ਪੁੱਤਰ ਦੱਸ ਫਿਰ ਆਪਾਂ ਕਰਾਂਗੇ ਕੀ? ਤੇਰੇ ਪਿਤਾ ਤੇ ਇੱਥੇ ਹੈ ਨਹੀਂ ਪਟਨੇ ਦੇ ਵਿੱਚ, ਜੇ ਆਪਣੀ ਸ਼ਿਕਾਇਤ ਸਰਕਾਰ ਕੋਲ ਚਲੇਗੀ ਤੇ ਫਿਰ ਆਪਾਂ ਕੀ ਕਰਾਂਗੇ? ਤੈਨੂੰ ਸਮਝ ਨਹੀਂ ਆਉਂਦੀ, ਤੂੰ ਵਾਰ-ਵਾਰ ਉਲਾਂਭੇ ਕਿਉਂ ਲੈਂਦਾ ਹੈ? ਰਾਜ ਤੁਰਕ ਤੇ ਦੀਰਘ ਡਰੈ, ਇਸ ਕਰਕੇ ਤੁਰਕਾਂ ਦਾ ਰਾਜ ਹੈ, ਮੁਗਲਾਂ ਦਾ ਰਾਜ ਹੈ, ਮੁਗਲਾਂ ਦਾ ਹੀ ਇਹ ਸ਼ਹਿਰ ਹੈ, ਮੁਗਲਾਂ ਦੀ ਉਹ ਔਰਤ ਹੈ ਜਿਹਦਾ ਮੱਥਾ ਪਾੜਿਆ। ਤੇ ਜੇ ਸ਼ਿਕਾਇਤ ਆਪਣੀ ਚਲੇਗੀ ਕੋਤਵਾਲ ਦੇ ਕੋਲ ਤੇ ਫਿਰ ਆਪਾਂ ਨੂੰ ਔਖੀ ਬਣੇਗੀ, ਮੁਸ਼ਕਲ ਬਣ ਜਾਣੀ ਹੈ। ਸੁਣ ਬੋਲੇ ਅੰਤਰ ਤਿਸ ਕਲ, ਸਤਿਗੁਰੂ ਪਾਤਸ਼ਾਹ ਮਹਾਰਾਜ ਅੰਦਰ ਬੈਠੇ ਸਨ। ਹੁਣ ਮਾਂ ਦੀ ਗੱਲ ਤੇ ਅੰਦਰ ਸੁਣਦੀ ਪਈ ਹੈ ਨਾ, ਸੁਣ ਕੇ ਗੱਲ ਤੇ ਮਹਾਰਾਜ ਨੇ ਜਵਾਬ ਦਿੱਤਾ। ਸਤਿਗੁਰੂ ਅੰਦਰੋਂ ਬੋਲਣ ਲੱਗੇ ਹਨ, ਮੈਂ ਨਾ ਜਾਨ ਮਾਰਿਓ ਵਿੱਚ ਭਾਲਾ, ਕਹਿਣ ਲੱਗਾ ਮਾਤਾ ਜੀ ਮੈਨੂੰ ਥੋੜੀ ਪਤਾ ਵੀ ਉਹ ਜਾ ਕੇ ਪੱਥਰ ਉਹਦੇ ਮੱਥੇ 'ਤੇ ਵੱਜਣਾ, ਮੈਂ ਉਹਦੇ ਮੱਥੇ ਦਾ ਨਿਸ਼ਾਨਾ ਲੈ ਕੇ ਨਹੀਂ ਪੱਥਰ ਚਲਾਇਆ ਵੀ ਇਹਦੇ ਮੱਥੇ ਵਿੱਚ ਵੱਜੇ, ਮੈਂ ਜਾਣ ਬੁੱਝ ਕੇ ਮੱਥੇ ਵਿੱਚ ਪੱਥਰ ਨਹੀਂ ਮਾਰਿਆ ਹੈ। ਤਾਂ ਕਿ ਨਿਸ਼ਾਨੋਂ ਦੀਨ ਚਲਾਈ, ਮੈਂ ਤੇ ਨਿਸ਼ਾਨਾ ਤੱਕਿਆ ਸੀ ਘੜੇ ਦਾ ਵੀ ਘੜੇ ਨੂੰ ਜਾ ਕੇ ਵੱਜੇ ਤੇ ਮੈਂ ਤਾਂ ਪੱਥਰ ਚਲਾਇਆ ਹੈ। ਸੋ ਚਲ ਤਬੈ ਅਗਰ ਕਿਉਂ ਆਈ, ਤੇ ਜਦੋਂ ਮੈਂ ਪੱਥਰ ਮਾਰਨਾ ਘੜੇ ਨੂੰ ਤੇ ਮਾਈ ਨੇ ਅੱਗੇ ਮੱਥਾ ਕਿਉਂ ਕੀਤਾ? ਮਾਈ ਨੂੰ ਨਹੀਂ ਪਤਾ ਲੱਗਦਾ ਵੀ ਪੱਥਰ ਆਉਂਦਾ ਪਿਆ ਤੇ ਪੱਥਰ ਵੱਜਣਾ ਘੜੇ ਤੇ, ਇਹਦੇ ਮਾਈ ਦੀ ਗਲਤੀ ਹੈ ਵੀ ਉਹਨੇ ਮੱਥਾ ਕਿਉਂ ਅੱਗੇ ਕੀਤਾ। ਮੇਰੀ ਗਲਤੀ ਥੋੜੀ ਹੈ, ਮੇਰਾ ਕੰਮ ਤੇ ਹੈ ਘੜਾ ਭੰਨਣਾ ਤੇ ਘੜੇ ਨੂੰ ਵੱਜਣਾ ਪੱਥਰ, ਪਰ ਇਹਨੇ ਆਪਣਾ ਘੜਾ ਪਾਸੇ ਕਰ ਲਿਆ ਤੇ ਮੱਥਾ ਕਰ ਲਿਆ ਅੱਗੇ, ਤੇ ਤਾਂ ਕਰਕੇ ਮੱਥਾ ਭੰਨਿਆ ਗਿਆ, ਮੈਂ ਨਹੀਂ ਭੰਨਿਆ। ਮੀਆਂ ਬੀਵੀ ਦੀ ਲੜਾਈ ਹੋ ਗਈ ਨਾ ਕਹਿੰਦੇ ਆਪਸ ਵਿੱਚ, ਤੇ ਪਤਨੀ ਨੇ ਗੁੱਸੇ ਵਿੱਚ ਵੇਲਣਾ ਮਾਰਿਆ, ਵੇਲਣਾ ਮਾਰਿਆ ਸਿਰ ਨੂੰ, ਤੇ ਜਦੋਂ ਉਹਨੇ ਵੇਖਿਆ ਪਤੀ ਨੇ ਵੀ ਵੇਲਣਾ ਆਉਂਦਾ ਪਿਆ, ਉਹਨੇ ਸਿਰ ਪਾਸੇ ਕਰ ਲਿਆ, ਸਿਰ ਪਾਸੇ ਕਰ ਲਿਆ, ਉਹ ਜਾ ਕੇ ਵੇਲਣਾ ਸਿੱਧਾ ਟੀਵੀ ਤੇ ਵੱਜਾ, ਟੀਵੀ ਟੁੱਟ ਗਿਆ। ਤੇ ਘਰ ਵਾਲੇ ਨੇ ਆਖਿਆ ਵੀ ਟੀਵੀ ਤੋੜਤਾ, ਨੁਕਸਾਨ ਕਰ ਦਿੱਤਾ। ਪਤਨੀ ਕਹਿੰਦੀ ਮੈਂ ਨਹੀਂ ਤੋੜਿਆ, ਤੂੰ ਸਿਰ ਨਾ ਪਾਸੇ ਕਰਦਾ ਟੀਵੀ ਨਹੀਂ ਸੀ ਟੁੱਟਣਾ, ਇਹ ਗਲਤੀ ਤੇਰੀ ਹੈ, ਤੂੰ ਸਿਰ ਪਾਸੇ ਕੀਤਾ ਟੀਵੀ ਤਾਂ ਟੁੱਟਿਆ। ਇੱਥੇ ਮਹਾਰਾਜ ਵੀ ਕਹਿ ਰਹੇ ਨੇ, ਕਹਿੰਦੇ ਮਾਤਾ ਵੀ ਮੈਂ ਉਹਦੇ ਮੱਥੇ ਵਿੱਚ ਨਹੀਂ ਮਾਰਿਆ ਗੁਲੇਲਾ, ਮੈਂ ਤੇ ਮਾਰਿਆ ਘੜੇ ਨੂੰ,
ਮਾਈ ਨੂੰ ਜਾ ਕੇ ਇਹ ਗੱਲ ਕਹੋ ਵੀ ਘੜੇ ਤੋਂ ਉਹਨੇ ਆਪਣਾ ਘੜਾ ਕਿਉਂ ਪਾਸੇ ਕੀਤਾ, ਉਹਨੇ ਮੱਥਾ ਅੱਗੇ ਕੀਤਾ ਤੇ ਤਾਂ ਵੱਜਾ। ਮੇਰਾ ਨਿਸ਼ਾਨਾ ਤੇ ਇਹੋ ਜਿਹਾ ਵੀ ਜਿੱਥੇ ਮੈਂ ਲਾਵਾਂ ਉੱਥੇ ਜਾ ਕੇ ਵੱਜਦਾ, ਤੇ ਜਦੋਂ ਮੈਂ ਘੜੇ ਦਾ ਨਿਸ਼ਾਨਾ ਲਾਇਆ ਤੇ ਫਿਰ ਘੜੇ ਨੂੰ ਹੀ ਵੱਜੇਗਾ ਨਾ ਜਾ ਕੇ। ਪਰ ਜੇ ਮੱਥੇ ਨੂੰ ਵੱਜਿਆ, ਉਸ ਬੀਬੀ ਦੀ ਗਲਤੀ ਹੈ, ਉਹਨੇ ਮੱਥਾ ਹੀ ਕਿਉਂ ਕੀਤਾ ਸਾਡੇ ਅੱਗੇ, ਤੇ ਫਿਰ ਤੇ ਪੱਥਰ ਵੱਜਣਾ ਹੀ ਸੀਗਾ। ਸਾਡੀ ਕੋਈ ਗਲਤੀ ਨਹੀਂ ਹੈ। ਕਹਾਂ ਦੋਸ਼ ਮੇਰੋ ਇਸ ਮਾਹੀ, ਇਹਦੇ ਵਿੱਚ ਮੇਰਾ ਕੀ ਦੋਸ਼ ਹੈ? ਮੈਂ ਤੇ ਘੜਾ ਭੰਨਣਾ ਸੀ, ਮੱਥਾ ਤੇ ਬੀਬੀ ਨੇ ਆਪ ਅੱਗੇ ਕੀਤਾ, ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ ਹੈ। ਕਿਆ ਹਮ ਤੁਰਕਨ ਤੇ ਡਰ ਪਾਹੀ। ਦੂਜੀ ਗੱਲ ਇਹ ਹੈ, ਜਿਹੜੀ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਮੁਗਲਾਂ ਦਾ ਰਾਜ ਹੈ, ਮੁਗਲਾਂ ਦਾ ਸ਼ਹਿਰ ਹੈ, ਮੁਗਲਾਂ ਦੀ ਔਰਤ ਹੈ। ਪਾਤਸ਼ਾਹ ਕਹਿੰਦੇ ਮੈਂ ਨਹੀਂ ਡਰਦਾ ਕਿਸੇ ਮੁਗਲ ਦੇ ਕੋਲ, ਮੈਂ ਨਹੀਂ ਡਰਦਾ ਕਿਸੇ ਮੁਸਲਮਾਨ ਦੇ ਕੋਲ। ਰਾਜ ਹੋਵੇਗਾ ਹੋਈ ਜਾਵੇ, ਸ਼ਹਿਰ ਜਿਹਦਾ ਹੋਵੇਗਾ ਹੋਈ ਜਾਵੇ, ਪਰ ਸਾਨੂੰ ਮੁਗਲਾਂ ਦਾ ਡਰ ਕੋਈ ਨਹੀਂ ਹੈ, ਸਾਡੇ ਮਨ ਵਿੱਚ ਕੋਈ ਭੈ ਨਹੀਂ ਹੈ। ਸੁਨ ਗੁਜਰੀ ਕਹਿ ਮੈਂ ਮਨ ਜਾਨੀ। ਉਸ ਵੇਲੇ ਮਾਤਾ ਗੁਜਰੀ ਜੀਆਂ ਨੇ ਸੁਣੀ ਨਾ ਗੱਲ, ਤੇ ਮਨ ਵਿੱਚ ਕਹਿੰਦੇ ਹਨ, ਨਹਿ ਤੂੰ ਬਸ ਵੇ ਦੇਸ ਬਨ। ਮਾਤਾ ਗੁਜਰੀ ਜੀ ਕਹਿੰਦੇ ਮੈਨੂੰ ਇੱਕ ਗੱਲ ਤੇ ਪਤਾ ਲੱਗ ਗਈ ਹੈ ਪੁੱਤਰ, ਤੂੰ ਸਾਨੂੰ ਪਟਨੇ ਵਿੱਚ ਰਹਿਣ ਨਹੀਂ ਦੇਣਾ, ਤੂੰ ਨਹੀਂ ਚਾਹੁੰਦਾ ਵੀ ਇੱਥੇ ਰਹੀਏ, ਕਿਉਂਕਿ ਮਹਾਰਾਜ ਬੜੇ ਚਿਰ ਤੋਂ ਕਹਿੰਦੇ ਨਾ ਪਟਨੇ ਨੂੰ ਛੱਡ ਕੇ ਆਪਾਂ ਪੰਜਾਬ ਚੱਲੀਏ। ਤੇ ਮਾਤਾ ਗੁਜਰੀ ਜੀ ਕਹਿੰਦੇ ਵੀ ਨਹੀਂ ਆਪਾਂ ਇੱਥੇ ਰਹਿਣਾ। ਹੁਣ ਮਾਤਾ ਜੀ ਨੂੰ ਸਮਝ ਆ ਗਈ, ਕਹਿਣ ਲੱਗੀ ਵੀ ਇਹ ਕੰਮ ਤੂੰ ਤਾਂ ਕਰਦਾ, ਤੂੰ ਸਾਨੂੰ ਤਾਂ ਦੁਖੀ ਕਰਦਾ ਪਿਆ ਵੀ ਅਸੀਂ ਦੁਖੀ ਹੋ ਕੇ ਪਟਨੇ ਨੂੰ ਛੱਡੀਏ ਤੇ ਪੰਜਾਬ ਚੱਲੀਏ। ਮੈਂ ਜਾਣ ਲਈ ਹੈ ਵੀ ਤੂੰ ਚਾਹੁੰਦਾ ਕੀ ਹੈ। ਇਹ ਘੜੇ ਭੰਨਣੇ, ਇਹ ਪੱਥਰ ਮਾਰ ਕੇ ਸਿਰ ਭੰਨਣੇ, ਇਹ ਜਿਹੜੇ ਕੰਮ ਤੂੰ ਕਰਦਾ ਪਿਆ, ਮੈਨੂੰ ਪਤਾ ਲੱਗਿਆ ਕਿ ਤੂੰ ਇਸ ਪਟਨੇ ਵਿੱਚ ਰਹਿਣਾ ਨਹੀਂ ਚਾਹੁੰਦਾ, ਤੁਸੀਂ ਪੰਜਾਬ ਜਾਣਾ ਚਾਹੁੰਦੇ ਹੋ। ਫਿਰ ਨਾ ਰਹੋ ਇੱਕ ਛਿਨ ਭੀ ਬੈਠ। ਤੇ ਇੱਥੇ ਇੱਕ ਸਮਾਂ ਇੱਕ ਛਿਨ ਵੀ ਤੁਸੀਂ ਇੱਕ ਥਾਂ ਤੇ ਟੇਕੇ ਨਹੀਂ ਬੈਠਦੇ, ਛਾਲਾਂ ਮਾਰ ਮਾਰ ਕੇ ਇੱਧਰ ਉੱਧਰ ਦੌੜੇ ਫਿਰਦੇ ਹੋ। ਸ਼ਾਹੁਨ ਬਾਲਕ ਬ੍ਰਿੰਦ ਤੇ ਇਕੈ। ਕਈ ਬੱਚੇ ਇਕੱਠੇ ਕਰ ਲੈਂਦੇ ਹੋ, ਸ਼ਾਹੂਕਾਰਾਂ ਦੇ ਵੱਡੇ ਵੱਡੇ ਘਰਾਣਿਆਂ ਦੇ ਬੱਚੇ ਆਪਣੇ ਨਾਲ ਲੈ ਕੇ ਕਰਤ ਰਹੋ ਉਤਪਾਤ ਬੜੇ। ਦਿਨੇ ਰਾਤ ਤੁਸੀਂ ਝਗੜਾ ਕਰਦੇ, ਕਦੇ ਕਿਸੇ ਨਾਲ ਕਦੇ ਕਿਸੇ ਨਾਲ। ਵਰਜੋ ਰਹਿ ਨਹੀਂ ਇਸ ਬੇ। ਮੈਂ ਕਈ ਵਾਰੀ ਵਰਜਿਆ, ਕਈ ਵਾਰੀ ਤੁਹਾਨੂੰ ਰੋਕਿਆ ਵੀ ਲਾਮਾ ਨਾ ਲਿਆਇਆ ਕਰੋ, ਕਿਸੇ ਨੂੰ ਦੁੱਖ ਨਾ ਦਿਆ ਕਰੋ, ਪਰ ਤੁਸੀਂ ਕਿਸੇ ਵੀ ਗੱਲ ਨੂੰ ਸਮਝਦੇ ਨਹੀਂ ਹੋ। ਬੋਲਤ ਉਤਰੀ ਤਰ ਆਈ। ਹੁਣ ਮਾਤਾ ਨੇ ਕੀ ਕਰਨਾ ਸੀ, ਦਰਵਾਜ਼ਾ ਤੇ ਬੰਦ ਸੀ। ਕੁਝ ਸਮਾਂ ਮਾਤਾ ਜੀ ਨੇ ਆਪਣਾ ਸਿਰ ਖਪਾਇਆ ਦਰਵਾਜ਼ੇ ਦੇ ਅੱਗੇ ਖਲੋ ਕੇ, ਪੁੱਤਰ ਨੂੰ ਬੁਰਾ ਭਲਾ ਕਿਹਾ, ਡਾਂਟਿਆ, ਵੇਖਿਆ ਵੀ ਦਰਵਾਜ਼ਾ ਤੇ ਖੋਲਦੇ ਨਹੀਂ ਪਏ। ਹੌਲੀ ਹੌਲੀ ਮਾਤਾ ਜੀ ਪੌੜੀਆਂ ਥੱਲੇ ਉਤਰ ਆਏ, ਘਰੇ ਆ ਗਏ ਹਨ। ਕ੍ਰੋਧ ਭਰੀ ਇਮ ਗਿਰਾ ਅਲਾਈ। ਪਰ ਗੁੱਸੇ ਵਿੱਚ ਬੜੇ ਨੇ ਮਾਤਾ ਜੀ। ਗੁੱਸੇ ਵਿੱਚ ਮਾਤਾ ਜੀ ਨੇ ਫਿਰ ਇਹ ਗੱਲ ਆਖ ਦਿੱਤੀ ਹੈ, ਸ਼੍ਰੀ ਨਾਨਕ ਪਰਮੇਸ਼ਰ ਰੂਪ। ਮਾਤਾ ਜੀ ਨੇ ਕੀ ਆਖਿਆ? ਕਹਿਣ ਲੱਗੇ ਹੈ ਗੁਰੂ ਨਾਨਕ ਪਾਤਸ਼ਾਹ ਜੀ, ਤੁਸੀਂ ਪਰਮੇਸ਼ਰ ਦਾ ਰੂਪ ਹੋ, ਤੁਸੀਂ ਖੁਦ ਪਰਮੇਸ਼ਰ ਹੋ। ਤਉ ਖਰਾਬ ਹੋਵੇ ਕੂਪ। ਮੇਰੀ ਬੇਨਤੀ ਇਹ ਹੈ ਵੀ ਇਸ ਖੂਹ ਦਾ ਪਾਣੀ ਹੁਣ ਖਾਰਾ ਹੋ ਜਾਵੇ। ਜਦੋਂ ਪਾਣੀ ਖਾਰਾ ਹੋਵੇਗਾ, ਨਾ ਕੋਈ ਪੀਣ ਆਵੇਗਾ, ਨਾ ਲਾਂਭਾ ਆਵੇਗਾ। ਇਹ ਖੂਹ ਦਾ ਪਾਣੀ ਮਿੱਠਾ ਹੈ, ਸਾਰੀ ਦੁਨੀਆ ਪੀਂਦੀ ਹੈ, ਪਰ ਮੇਰਾ ਪੁੱਤਰ ਮੈਨੂੰ ਦਿਨੇ ਰਾਤ ਲਾਂਭੇ ਦਵਾਉਂਦਾ ਹੈ। ਐ ਗੁਰੂ ਨਾਨਕ ਪਾਤਸ਼ਾਹ ਐਸੀ ਕਲਾ ਵਰਤਾਓ ਵੀ ਖੂਹ ਦਾ ਪਾਣੀ ਖਾਰਾ ਹੋ ਜਾਵੇ, ਨਾ ਕੋਈ ਆਵੇ, ਨਾ ਕੋਈ ਪੀਵੇ, ਨਾ ਕਿਸੇ ਦਾ ਲਾਂਭਾ ਆਵੇ। ਇਹ ਗੱਲ ਆਖੀ ਹੈ। ਨਹਿ ਕੋ ਆਵੇ ਭਰਵੇ ਪਾਣੀ। ਨਾ ਇਹ ਖਾਰਾ ਪਾਣੀ ਕੋਈ ਲੈਣ ਆਵੇਗਾ ਤੇ ਨਾ ਸਾਨੂੰ ਕਿਸੇ ਦਾ ਲਾਂਭਾ ਆਵੇਗਾ। ਇਹ ਬੇਨਤੀ ਮਮਲੀ ਜੈ ਮਾਨੀ। ਇਸ ਕਰਕੇ ਮੇਰੀ ਇਹ ਬੇਨਤੀ ਪ੍ਰਵਾਨ ਕਰ ਲਓ ਗੁਰੂ ਨਾਨਕ ਸਾਹਿਬ ਪਾਤਸ਼ਾਹ, ਮੇਰੀ ਅਰਦਾਸ ਪ੍ਰਵਾਨ ਕਰੋ ਵੀ ਖੂਹ ਦਾ ਪਾਣੀ ਖਾਰਾ ਹੋ ਜਾਵੇ। ਇਮ ਕਹਿ ਤੁਰਕਨ ਨਿਕਟ ਹਕਾਰੀ। ਇਸ ਤਰ੍ਹਾਂ ਕਹਿ ਕੇ ਉਹ ਜਿਹੜੀ ਮੁਸਲਮਾਨ ਔਰਤ ਆਈ ਸੀ ਨਾ, ਜਿਹਦਾ ਮੱਥਾ ਪਾੜਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ, ਮਾਤਾ ਗੁਜਰੀ ਜੀਆਂ ਨੇ ਉਸ ਔਰਤ ਨੂੰ ਆਪਣੇ ਕੋਲ ਬੁਲਾਇਆ ਹੈ। ਦੀਨ ਦਲਾਸਾ ਮਰਦੁਲ ਉਚਾਰੀ। ਤੇ ਬੜੇ ਸੋਹਣੇ ਕੋਮਲ ਬਚਨ ਕਰਕੇ ਦਿਲਾਸਾ ਦਿੱਤਾ, ਹੌਸਲਾ ਦਿੱਤਾ। ਉਸ ਬੀਬੀ ਨੂੰ ਕਹਿਣ ਲੱਗੇ ਹਨ, ਪੰਜ ਰਜਤ ਪਨ ਦਏ ਸੁਤਾਨ। 5 ਰੁਪਈਏ ਜਿਹੜੇ ਸਨ, ਮਾਤਾ ਗੁਜਰੀ ਜੀਆਂ ਨੇ 5 ਰੁਪਈਏ ਚਾਂਦੀ ਦੇ, ਬੜੀ ਵੱਡੀ ਰਕਮ ਹੈ ਉਹਨਾਂ ਸਮਿਆਂ ਦੇ ਵਿੱਚ। 5 ਰੁਪਈਏ ਦਿੱਤੇ, ਕਹਿਣ ਲੱਗੇ ਵੀ ਆ ਪੈਸੇ ਲੈ ਜਾ, ਪਰ ਸ਼ਿਕਾਇਤ ਨਾ ਕਿਸੇ ਕੋਲ ਕਰੀ, ਆਪਣੀ ਮਲਮ ਪੱਟੀ ਕਰਵਾ ਤੇ ਬਾਕੀ ਪੈਸਿਆਂ ਦੇ ਘੜੇ ਦੀ ਥਾਂ ਤੇ ਤੂੰ ਗਾਗਰ ਲੈ ਕੇ ਆ। ਇਸ ਤਰ੍ਹਾਂ 5 ਰੁਪਈਏ ਆਪਣੇ ਕੋਲੋਂ ਦਿੱਤੇ ਹਨ। ਪਹਿਰਨ ਕੋਪਟ ਦੇ ਕਰ ਪ੍ਰਾਹੀ। ਤੇ ਨਾਲ ਕੁਝ ਪਾਉਣ ਵਾਸਤੇ ਨਵੇਂ ਕੱਪੜੇ ਵੀ ਦਿੱਤੇ ਘਰੋਂ, ਨਵੇਂ ਸੂਟ ਦਿੱਤੇ ਉਸ ਮੁਸਲਮਾਨ ਔਰਤ ਨੂੰ ਵੀ, ਲੈ ਸੂਟ ਵੀ 1-2 ਜਿਹੜੇ ਚਾਹੀਦੇ ਲੈ ਜਾ, 5 ਰੁਪਈਏ ਵੀ ਲੈ ਜਾ। ਤੇ ਇਸ ਤਰ੍ਹਾਂ ਇਹ ਝਗੜਾ ਇੱਥੇ ਸਮਾਪਤ ਕਰਦੇ, ਇਸ ਨੂੰ ਅੱਗੇ ਨਹੀਂ ਵਧਾਉਣਾ ਹੈ। ਸਾਹਿਬਜ਼ਾਦਾ ਇਹ ਅਯਨ। ਨਾਲ ਹੀ ਆਖਿਆ ਸਾਡਾ ਪੁੱਤਰ ਅਣਜਾਣ ਹੈ, ਬਾਲਕ ਹੈ, ਬੇਸਮਝ ਹੈ, ਬੱਚੇ ਨੂੰ ਸਮਝ ਨਹੀਂ ਹੈ ਕੀ ਕਰਨਾ ਕੀ ਨਹੀਂ ਕਰਨਾ। ਬੱਚੇ ਦੀ ਨਦਾਨੀ ਕਰਕੇ ਤੁਸੀਂ ਗੁੱਸਾ ਨਾ ਕਰੋ।
ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਦੁੱਖ ਵਾਲਾ ਕੰਮ ਨਾ ਕਰੋ। ਅਤਤ ਹੁਤੋ ਕਹਿ ਤਾਕ ਨਿਸ਼ਾਨ। ਸੋ ਉਹ ਤੇ ਅੱਗੇ ਵੀ ਨਿਸ਼ਾਨਾ ਵੇਖ ਕੇ ਤੇ ਇਸ ਤਰ੍ਹਾਂ ਗੁਲੇਲ ਚਲਾਉਂਦੇ ਹਨ। ਆਓ ਚੱਕ ਤੂੰ ਚੱਲ ਆਏ ਉਹਨੇ ਅਗਾਰੀ। ਗੁਲੇਲਾ ਤੇਰੇ ਨਹੀਂ ਮਾਰਿਆ। ਮਾਤਾ ਸਾਹਿਬ ਜੀ ਹੁਣ ਪੁੱਤਰ ਦੀ ਸਫਾਈ ਦਿੰਦੇ ਪਏ ਵੀ ਤੇਰੇ ਗੁਲੇਲਾ ਨਹੀਂ ਮਾਰਿਆ ਸਾਡੇ ਪੁੱਤਰ ਨੇ, ਤੂੰ ਤੇ ਅਚਾਨਕ ਗੁਲੇਲਾ ਉਹਨਾਂ ਨੇ ਮਾਰ ਦਿੱਤਾ, ਉਧਰੋਂ ਤੂੰ ਅੱਗੇ ਆ ਗਈ ਤੇ ਤਾਂ ਤੇਰੇ ਵੱਜਾ ਹੈ, ਪਰ ਤੈਨੂੰ ਮਾਰਨ ਵਾਸਤੇ ਨਹੀਂ ਚਲਾਇਆ ਹੈ। ਲੱਗਿਓ ਗੁਲੇਲਾ ਭਾਲ ਮਝਾਰੀ। ਇਹ ਤੇ ਅਚਾਨਕ ਤੇਰੇ ਮੱਥੇ ਵਿੱਚ ਲੱਗ ਗਿਆ, ਪਰ ਅਸੀਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਵੀ ਨਹੀਂ ਸੀ ਲੱਗਣਾ ਚਾਹੀਦਾ। ਤੂੰ ਆ 5 ਰੁਪਈਏ ਲੈ ਜਾ, ਗਾਗਰ ਨਵੀਂ ਲੈ ਕੇ ਆਓ, ਮੱਥੇ ਦੀ ਪੱਟੀ ਕਰਾਓ, ਬਾਕੀ ਖਾਓ ਪੀਓ ਤੇ ਆ ਕੁਝ ਸੂਟ ਵੀ ਤੂੰ ਲੈ ਕੇ ਜਾਣਾ ਕਰ। ਇਸ ਤਰ੍ਹਾਂ ਮਾਤਾ ਜੀ ਨੇ ਉਸ ਔਰਤ ਨੂੰ ਮਨਾਇਆ ਹੈ। ਆਪ ਤੂੰ ਸ਼ਿਮਾ ਕਰੋ ਨਹਿ ਜਾਓ। ਇਸ ਕਰਕੇ ਹੁਣ ਤੂੰ ਸਾਨੂੰ ਮਾਫ ਕਰ ਦੇ, ਪਰ ਕਿਸੇ ਅੱਗੇ ਜਾ ਕੇ ਪੁਕਾਰ ਨਾ ਕਰੀ, ਸਾਡੀ ਦਰਖਾਸਤ ਨਾ ਦੇਈ ਕਿਸੇ ਦੇ ਅੱਗੇ। ਇਸ ਗੱਲ ਨੂੰ ਹੁਣ ਅੱਗੇ ਵਧਾਉਣਾ ਨਹੀਂ ਹੈ। ਘ੍ਰਿਤ ਮਿਸ਼ਟਾਨ ਖਾਓ ਕਰਮਾ। ਤੇ ਇਹ ਜਿਹਦੇ ਪੈਸੇ ਦਿੱਤੇ ਨੇ, ਇਹਦਾ ਘਿਓ ਖਰੀਦ ਬਾਜ਼ਾਰ ਦੇ ਵਿੱਚੋਂ, ਕੁਝ ਮਿੱਠਾ ਖਰੀਦ ਤੇ ਘਰੇ ਜਾ ਕੇ ਪ੍ਰਸ਼ਾਦ ਬਣਾ ਕੇ ਖਾ ਤੇ ਤਗੜੀ ਹੋ ਜਾ। ਜਿਹੜਾ ਥੋੜਾ ਬਹੁਤਾ ਖੂਨ ਵਗਿਆ ਨਾ ਤੇਰਾ, ਬਾਜ਼ਾਰ ਦੇ ਵਿੱਚੋਂ ਫਲ ਲੈ ਜਾ, ਹੋਰ ਖਾਣ ਵਾਲੀਆਂ ਚੀਜ਼ਾਂ ਲੈ ਕੇ ਤੇ ਜਾ ਕੇ ਆਪਣੇ ਘਰ ਵਿੱਚ ਖਾਣਾ ਕਰ। ਪਰ ਖਬਰ ਤੇਰੀ ਹਮਲਾ ਹੈ। ਬਾਕੀ ਅਸੀਂ ਤੇਰੀ ਖਬਰ ਲੈਂਦੇ ਰਵਾਂਗੇ। ਇਹ ਨਹੀਂ ਵੀ 5 ਰੁਪਈਏ ਅੱਜ ਦਿੱਤੇ ਤੇ ਬਾਅਦ ਵਿੱਚ ਗੱਲ ਖਤਮ ਹੋ ਗਈ ਹੈ, ਨਹੀਂ। ਫਿਰ ਵੀ ਤੈਨੂੰ ਕਿਤੇ ਲੋੜ ਪੈ ਗਈ ਕੋਈ ਗੁੜ ਵਗੈਰਾ ਜਾਂ ਕੋਈ ਹੋਰ ਕਿਸੇ ਦੁੱਧ ਵਗੈਰਾ ਜਾਂ ਹੋਰ ਕਿਸੇ ਕੰਮ ਦੀ, ਤੇ ਸਾਡੇ ਕੋਲ ਜਦੋਂ ਤੂੰ ਆਵੇਂਗੀ ਨਾ, ਤੇਰੀ ਅਸੀਂ ਖਬਰ ਲੈਂਦੇ ਰਵਾਂਗੇ, ਤੇਰੀ ਸਹਾਇਤਾ ਕਰਦੇ ਰਵਾਂਗੇ, ਮਦਦ ਕਰਦੇ ਰਹਾਂਗੇ। ਜਬ ਲੋ ਘਾਵ ਭਾਲ ਮੈਂ ਰਹੇ। ਜਿੰਨਾ ਚਿਰ ਇਹ ਤੇਰੇ ਮੱਥੇ ਦੇ ਉੱਪਰ ਜ਼ਖਮ ਰਹੇਗਾ ਨਾ, ਉਹਨਾਂ ਚਿਰ ਤੇਰੀ ਮਦਦ ਅਸੀਂ ਕਰਦੇ ਰਵਾਂਗੇ। ਜੋ ਵੀ ਤੂੰ ਮੰਗੇਂਗੀ ਤੈਨੂੰ ਦੇਵਾਂਗੇ। ਦੇਖ ਲੋਭ ਕੋ ਤੂਸ਼ਨ ਠਾਨ। ਕਹਿਣ ਲੱਗੇ ਵੀ ਉਹ ਜਿਹੜੀ ਔਰਤ ਹੈ ਨਾ ਮੁਸਲਮਾਨ, ਜਦੋਂ 5 ਰੁਪਈਏ ਵੇਖੇ, ਸਾਰੀ ਜ਼ਿੰਦਗੀ ਨਹੀਂ ਸੀ ਵੇਖਣੇ ਉਹਨੇ ਇੰਨੇ ਰੁਪਈਏ, ਜਦੋਂ 5 ਰੁਪਈਏ ਵੇਖੇ ਤੇ ਨਵੇਂ ਵੇਖੇ 2-4 ਸੂਟ, ਉਹਦੇ ਮਨ 'ਚ ਲੋਭ ਆ ਗਿਆ। ਕਹਿਣ ਲੱਗੀ ਵੀ ਮੈਂ ਜਾ ਕੇ ਉੱਥੇ ਦਰਖਾਸਤ ਦੇਵਾਂਗੀ, ਮੈਨੂੰ ਉੱਥੋਂ ਕੀ ਮਿਲਣਾ। ਆ ਜਿਹੜੇ 5 ਮਿਲੇ ਨੇ ਵੀ ਉਹਨਾਂ ਨੇ ਲੈ ਲੈਣੇ ਵੀ ਲਿਆ, ਅਸੀਂ ਸਾਨੂੰ ਦੇ ਕੇ ਜਾ, ਫਿਰ ਅਸੀਂ ਕਾਰਵਾਈ ਕਰਦੇ ਹਾਂ। ਇਹਦੇ ਮਨ ਵਿੱਚ ਲੋਭ ਆ ਗਿਆ ਤੇ ਕਹਿਣ ਲੱਗੇ ਫਿਰ ਗਮਨੀ ਆਪਣੇ ਘਰ ਤੁਰਕਾਨੀ। ਆਪਣੇ ਘਰੇ ਚਲੇਗੀ। ਕਹਿਣ ਲੱਗੀ ਵੀ ਚਲੋ ਮੈਂ ਤੁਹਾਡੀ ਸ਼ਿਕਾਇਤ ਨਹੀਂ ਕਰਦੀ ਹਾਂ। ਤਬ ਤੇ ਭਇਓ ਕੂਪ ਸੋ ਖਾਰ। ਕਹਿਣ ਲੱਗੇ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਉਸ ਖੂਹ ਦਾ ਪਾਣੀ ਖਾਰਾ। ਅੱਜ ਵੀ ਤੁਸੀਂ ਜਾ ਕੇ ਉੱਥੇ ਮੱਥਾ ਟੇਕੋਗੇ ਜਾਂ ਉਸ ਖੂਹ ਦਾ ਜਲ ਵਰਤਦੇ ਹੋ ਤੇ ਅੱਜ ਤੱਕ ਉਹ ਪਾਣੀ ਖਾਰਾ ਹੈ। ਔਰ ਪਟਨਾ ਜਾਣਤਾ ਹੈ ਸਾਰਾ। ਇਸ ਗੱਲ ਨੂੰ ਸਾਰੇ ਪਟਨੇ ਸ਼ਹਿਰ ਨੂੰ ਇਸ ਗੱਲ ਦਾ ਪਤਾ ਹੈ ਵੀ ਮਾਤਾ ਸਾਹਿਬ ਮਾਤਾ ਗੁਜਰੀ ਜੀਆਂ ਦੇ ਬਚਨਾਂ ਦੇ ਨਾਲ ਉਸ ਖੂਹ ਦਾ ਪਾਣੀ ਖਾਰਾ ਹੋ ਗਿਆ ਹੈ। 4 ਘਟੀ ਲਗ ਅੰਤਰ ਥੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ 4 ਘੜੀਆਂ 1.5 ਘੰਟੇ ਦਾ ਸਮਾਂ ਜਿਹੜਾ ਨਾ, ਉਹ ਚੁਬਾਰੇ ਦੇ ਵਿੱਚ ਹੀ ਰਹਿ, ਬਾਹਰ ਨਹੀਂ ਨਿਕਲੇ। ਤਾਕੀ ਦੇ ਵਿੱਚੋਂ ਵੇਖ ਲੈਂਦੇ ਸਰੀ ਕੱਢ ਕੇ ਬਾਹਰ ਨੂੰ ਵੀ ਮਾਤਾ ਚਲੇਗੀ ਆ ਘਰ ਨੂੰ। ਫਿਰ ਮਾਤਾ ਦੀ ਆਵਾਜ਼ ਸੁਣਦੇ ਵੀ ਹੁਣ ਠੰਡੀ ਹੋ ਗਈ ਆ, ਗੁੱਸਾ ਠੰਡਾ ਹੋ ਗਿਆ, ਇਹ ਨਾ ਹੋਵੇ ਬਾਹਰ ਨਿਕਲਾ ਤੇ ਉਹ ਕੰਧ ਦੇ ਨਾਲ ਹੀ ਕਿਤੇ ਲੱਗੇ ਹੋਣ ਤੇ ਸੇਵਾ ਹੋ ਜਾਏ। 2 ਘੜੀਆਂ 4 ਘੜੀਆਂ 1.5 ਘੰਟੇ ਦਾ ਸਮਾਂ ਚੁਬਾਰੇ ਦੇ ਵਿੱਚ ਹੀ ਬੈਠੇ ਰਹੇ, ਬੰਦ ਕਰਕੇ ਦਰਵਾਜ਼ਾ। ਕਹਿਣ ਲੱਗੇ ਫਿਰ ਦਵਾਰ ਕੇ ਵਾਰ ਉਗਾਰਨ ਕਰੇ। ਤੇ ਫਿਰ ਜਦੋਂ ਵੇਖਿਆ ਵੀ ਹੁਣ ਤੇ ਮਾਤਾ ਦਾ ਗੁੱਸਾ ਠੰਡਾ ਹੋ ਗਿਆ ਹੋਵੇਗਾ, ਹੁਣ ਤੇ ਸਾਰਾ ਜਿਹੜਾ ਝਗੜਾ ਸੀ ਨਿਬੜ ਗਿਆ ਹੋਵੇਗਾ, ਹੁਣ ਮੈਨੂੰ ਕੋਈ ਖਤਰਾ ਨਹੀਂ, ਫਿਰ ਦਰਵਾਜ਼ਾ ਖੋਲਿਆ ਹੈ। ਹੀ ਬੈਠ ਰਹੇ ਸੁਖ ਸਾਗਰ। ਤੇ ਕਹਿਣ ਲੱਗੇ ਵੀ ਦਰਵਾਜ਼ਾ ਤੇ ਖੋਲ ਦਿੱਤਾ, ਪਰ ਘਰੇ ਨਹੀਂ ਗਏ, ਉੱਥੇ ਹੀ ਬੈਠੇ ਰਹੇ ਚੁਬਾਰੇ ਵਿੱਚ, ਉੱਥੇ ਹੀ ਬੈਠੇ ਹਨ। ਤੂਸ਼ਨ ਠਾਨ ਏਕਾਕੀ ਨਗਰ। ਕੱਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੱਲੇ ਹੀ ਬੈਠੇ ਹੋਏ ਹਨ। ਸਾਸ ਨਿਕਟ ਗੁਜ਼ਰੀ ਪਛਤਾਵਤ। ਉਸ ਵੇਲੇ ਆਪਣੀ ਸੱਸ ਦੇ ਕੋਲ ਜਾ ਕੇ ਨਾ, ਮਾਤਾ ਨਾਨਕੀ ਦੇ ਕੋਲ ਜਾ ਕੇ ਮਾਤਾ ਗੁਜਰੀ ਜੀ ਪਛਤਾਉਣ ਲੱਗ ਪਏ। ਕਹਿਣ ਲੱਗੇ ਵੀ ਸਾਡੇ ਤੋਂ ਗਲਤੀ ਹੋਈ ਹੈ। ਸਕਲ ਵਾਰਤਾ ਆਦ ਬਤਾਵਤ। ਤੇ ਸਾਰੀ ਗੱਲ ਦੱਸੀ ਹੈ ਵੀ ਇਹਨਾਂ ਨੇ ਕਿਸੇ ਜਨਾਨੀ ਦਾ ਮੱਥਾ ਪਾੜਿਆ ਸੀ, ਸਾਨੂੰ ਗੁੱਸਾ ਆ ਗਿਆ, ਅਸੀਂ ਸੋਟੀ ਲੈ ਕੇ ਗਏ, ਕਈ ਅਸੀਂ ਗੁੱਸੇ ਵਾਲੇ ਬਚਨ ਕੀਤੇ, ਸਾਰੀ ਗੱਲ ਦੱਸੀ ਹੈ। ਮੋਹ ਪੁੱਤਰ ਸੁਤ ਕੀ ਕਹਿਤ ਬੜਾਈ। ਫਿਰ ਬੜਿਓ ਮੋਹ ਪੁੱਤਰ ਸੁਤ ਕੀ ਕਹਿਤ ਬੜਾਈ। ਕਹਿੰਦੇ ਸੀ ਵਡਾਈ ਮੇਰੇ ਪਤੀ ਜੀ। ਉਸ ਵੇਲੇ ਮਾਤਾ ਜੀ ਨੂੰ ਪਛਤਾਵਾ ਇਸ ਗੱਲ ਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬਚਨ ਆਖੇ ਸਨ ਮਾਤਾ ਗੁਜਰੀ ਜੀਆਂ ਨੂੰ। ਕਹਿਣ ਲੱਗੇ ਮਾਤਾ ਗੁਜਰੀ ਜੀਆਂ ਨੂੰ, ਕਹਿੰਦੇ 100 ਘੜਾ ਜੇ ਘਿਓ ਦਾ ਵੀ ਰੁੜ ਜਾਵੇ ਤੇ ਪੁੱਤਰ ਨੂੰ ਤਾਂ ਵੀ ਕੁਝ ਨਾ ਆਖਿਓ। ਇਹ ਖੁਦ ਪਰਮੇਸ਼ਰ ਆਏ ਨੇ ਸਾਡੇ ਘਰ ਦੇ ਵਿੱਚ ਪੁੱਤਰ ਦੇ ਰੂਪ ਦੇ ਵਿੱਚ। ਇਹ ਕੁਝ ਵੀ ਕਰਨ, ਇਹਨਾਂ ਨੂੰ ਰੋਕਣਾ ਨਹੀਂ ਹੈ, ਕਦੇ ਵੀ ਮਾੜਾ ਚੰਗਾ ਸ਼ਬਦ ਨਹੀਂ ਕਹਿਣਾ। ਇਹ ਮੈਨੂੰ ਵਿਸ਼ੇਸ਼ ਕਰਕੇ ਉਹਨਾਂ ਨੇ ਆਖਿਆ ਸੀ, ਪਰ ਅੱਜ ਮੇਰੇ ਕੋਲੋਂ ਗੁੱਸੇ ਵਿੱਚ ਕੁਝ ਉੱਚੇ ਨੀਵੇਂ ਬਚਨ ਮੇਰੇ ਕੋਲੋਂ ਕਹੇ ਗਏ। ਇਹ ਮੈਂ ਗਲਤੀ ਕਰ ਬੈਠੀ ਹਾਂ, ਮੈਨੂੰ ਇਹ ਬਚਨ ਨਹੀਂ ਸਨ ਕਰਨੇ ਚਾਹੀਦੇ। ਮੇਰੇ ਮਨ ਵਿੱਚ ਹੁਣ ਪਛਤਾਵਾ ਹੈ। ਇਨ ਪ੍ਰਤੀਕੂਲ ਨ ਕਰ ਬਿਦ ਕਾਈ। ਕਿਉਂਕਿ ਸਤਿਗੁਰਾਂ ਨੇ ਆਖਿਆ ਸੀ ਮਾਤਾ ਗੁਜਰੀ ਜੀਆਂ ਨੂੰ ਵੀ ਆਪਣੇ ਪੁੱਤਰ ਦੇ ਅਨੁਸਾਰ ਹੀ ਰਹਿਣਾ, ਕਦੇ ਇਹਦੇ ਤੋਂ ਉਲਟ ਨਹੀਂ ਜਾਣਾ। ਜੇ ਇਹ ਆਖੇ ਦਿਨ ਹੈ ਤੇ ਦਿਨ ਹੀ ਕਹਿਣਾ, ਜੇ ਆਖੇ ਰਾਤ ਤੇ ਰਾਤ ਕਹਿਣਾ,
ਕਦੇ ਪੁੱਤਰ ਤੋਂ ਉਲਟ ਨਹੀਂ ਜਾਣਾ। ਇਹ ਪਰਮੇਸ਼ਰ ਦਾ ਰੂਪ ਨੇ, ਕੋਈ ਮਹਾਨ ਆਤਮਾ ਸਰੀਰ ਲੈ ਕੇ ਇਸ ਦੁਨੀਆ ਵਿੱਚ ਆਈ ਹੈ। ਇਹ ਮੈਨੂੰ ਬਚਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖੇ ਸਨ ਮੇਰੇ ਪਤੀ ਨੇ, ਪਰ ਅੱਜ ਉਹ ਬਚਨ ਮੈਨੂੰ ਵਿਸਰ ਗਏ ਤੇ ਮੈਂ ਗੁੱਸੇ ਨਾਲ ਐਸੀਆਂ ਗੱਲਾਂ ਇਹਨਾਂ ਨੂੰ ਕਹਿ ਦਿੱਤੀਆਂ ਹਨ। ਆਜ ਕ੍ਰੋਧ ਤੇ ਕਹਿ ਦੁਰਬਾਨੀ, ਅੱਜ ਮੈਂ ਗੁੱਸਾ ਕਰਕੇ ਤੇ ਬੜੇ ਖੋਟੇ ਬਚਨ ਕਹੇ ਜਿਹੜੇ ਨਹੀਂ ਕਹਿਣੇ ਚਾਹੀਦੇ ਪਿੱਖੀ ਚੋਟ ਲਾਗੀ ਤੁਰਕਾਨੀ। ਕਿਉਂਕਿ ਮੈਨੂੰ ਵੀ ਗੁੱਸਾ ਤਾਂ ਆਇਆ ਵੀ ਉਸ ਔਰਤ ਦਾ ਮੱਥਾ ਪਾਟਿਆ ਅਸੀਂ ਵੇਖਿਆ ਤੇ ਉਹਦੇ ਵਿੱਚੋਂ ਖੂਨ ਵਗਦਾ ਵੀ ਵੇਖਿਆ ਹੈ। ਕਰੋ ਕਹਾ ਮੈਂ ਲੱਖ ਉਤਪਾਤਾ, ਤੇ ਫਿਰ ਮੈਂ ਕੀ ਕਰਾਂ ਜਦੋਂ ਮੈਨੂੰ ਝਗੜੇ ਦਾ ਕੋਈ ਆ ਕੇ ਉਲਾਂਭਾ ਦਿੰਦਾ ਨਾ ਘਰ ਵਿੱਚ ਵੀ ਤੁਹਾਡੇ ਪੁੱਤਰ ਨੇ ਇਹ ਕੀਤਾ, ਮੈਨੂੰ ਝਗੜਾ ਵੇਖ ਕੇ ਫਿਰ ਗੁੱਸਾ ਆ ਗਿਆ ਹੈ। ਘਟ ਪਰ ਕਰਤ ਗੁਲੇਲਨ ਘਾਤਾ, ਇਹ ਵਾਰ-ਵਾਰ ਗੁਲੇਲਾਂ ਚਲਾਉਂਦੇ ਨੇ, ਪੱਥਰ ਚਲਾਉਂਦੇ ਨੇ, ਲੋਕਾਂ ਦੇ ਘੜੇ ਤੋੜਦੇ ਹਨ। ਸੁਣਤ ਨਾਨਕ ਕੀ ਤਹਿ ਸਮਝਾਵੇ। ਉਸ ਵੇਲੇ ਮਾਤਾ ਨਾਨਕੀ ਜੀ ਨੇ ਸੁਣੇ ਨਾ ਬਚਨ ਗੁਜਰੀ ਜੀਆਂ ਦੀ ਆਪਣੀ ਨਹੁੰ ਦੇ, ਸੁਣ ਕੇ ਫਿਰ ਉੱਤਰ ਦਿੰਦੇ ਹਨ। ਜੋਧਾ ਬਨੈ ਬੈਸ ਤੁਰਨਾਵੇ, ਕਹਿਣ ਲੱਗੇ ਇਹ ਸਾਡਾ ਜਿਹੜਾ ਪੁੱਤਰ ਪੋਤਰਾ ਹੈ ਇਹਨੇ ਆਉਣ ਵਾਲੇ ਸਮੇਂ ਵਿੱਚ ਬੜੇ ਵੱਡੇ ਯੋਧੇ ਬਣਨਾ ਹੈ, ਬੜੇ ਵੱਡੇ ਸੂਰਮੇ ਬਣਨਾ ਹੈ। ਨਹਿ ਬੋਲੋ ਦੁਰਬੈਠ ਕਦਾਈ, ਇਹਨਾਂ ਨੂੰ ਕਦੇ ਕੋਈ ਮਾੜੇ ਬਚਨ ਨਹੀਂ ਕਹਿਣੇ। ਹੁਣ ਸਤਿਗੁਰਾਂ ਦੇ ਦਾਦੀ ਜੀ ਵੀ ਸਮਝਾਉਂਦੇ ਪਏ ਨੇ ਸਤਿਗੁਰਾਂ ਦੀ ਮਾਂ ਨੂੰ ਵੀ ਕਦੇ ਵੀ ਇਹਨਾਂ ਨੂੰ ਕੋਈ ਮਾੜਾ ਬਚਨ ਨਹੀਂ ਕਹਿਣਾ ਹੈ। ਬਾਲ ਆਰ ਵੱਲ ਮੈਂ ਚਪਲਾਈ, ਕਿਉਂਕਿ ਬੱਚਿਆਂ ਦੀ ਉਮਰ ਦੇ ਵਿੱਚ ਇਹੋ ਜਿਹੇ ਕੰਮ ਹੁੰਦੇ ਹੀ ਨੇ। ਦਾਦੀ ਸਮਝਾਉਂਦੀ ਪਈ ਹੈ ਵੀ ਜਦੋਂ ਬੱਚੇ ਛੋਟੇ ਹੁੰਦੇ ਨੇ ਨਾ ਉਦੋਂ ਇਹੋ ਜਿਹੀਆਂ ਸ਼ਰਾਰਤਾਂ ਨਿੱਕੀਆਂ ਮੋਟੀਆਂ ਬੱਚੇ ਕਰਦੇ ਹੀ ਹੁੰਦੇ ਨੇ। ਇਸ ਕਰਕੇ ਨਿੱਕੀ ਮੋਟੀ ਸ਼ਰਾਰਤੇ ਇੰਨਾ ਗੁੱਸਾ ਕਰਕੇ ਇਹੋ ਜਿਹੇ ਬਚਨ ਨਹੀਂ ਕਰੀਦੇ। ਮਾਤਾ ਨਾਨਕੀ ਜੀ ਆਉਣ ਵਾਲੇ ਸਮੇਂ ਦੀਆਂ ਕਿਹੜੀਆਂ ਗੱਲਾਂ ਮਾਤਾ ਗੁਜਰੀ ਜੀਆਂ ਨੂੰ ਹੁਣ ਦੱਸਣਗੇ ਅਤੇ ਕਿਹੜੇ ਬਚਨ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਆਪਾਂ ਨੂੰ ਵੀ ਪਤਾ ਲੱਗਣਗੇ। 10ਵੇਂ ਪਾਤਸ਼ਾਹ ਮਹਾਰਾਜ ਹੋਰ ਕਿਹੜੇ ਪਟਨੇ ਵਿੱਚ ਕੌਤਕ ਕਰਦੇ, ਇੱਧਰ ਦਿੱਲੀ ਦੇ ਵਿੱਚ 9ਵੇਂ ਪਾਤਸ਼ਾਹ ਕੀ ਕਰਨਗੇ, ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨ ਛੁੱਟੀ ਹੈ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ